ਹੋਤ ਕੀਰਤਨ ਪ੍ਰੇਮ ਵਿਸਾਲਾ। ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ, ਮਾਨਵ ਆਏ ਪ੍ਰੇਮ ਕਰ ਉਰ ਕੋ। ਬੈਠੈ ਨਿਤ ਸ੍ਰੀ ਗੁਰ ਧਰਮਸਾਲਾ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਐਸੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਛਤਰ ਚੌਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਕਾਰਯੋਗ ਮਹਾਂਪੁਰਖ ਬਾਬਾ ਬਲਬੀਰ ਸਿੰਘ ਜੀ ਨੇ ਬੜੇ ਪ੍ਰੇਮ ਦੇ ਨਾਲ ਇਸ ਸਮਾਗਮ ਬਾਰੇ ਜਾਣੂ ਕਰਵਾਇਆ ਹੈ। ਸੋ ਆਓ ਹੁਣ ਸਤਿਗੁਰੂ ਜੀ ਦੇ ਕੀਰਤਨ ਤੋਂ ਉਪਰੰਤ ਇਤਿਹਾਸ ਦੀ ਕਥਾ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਇੱਕ ਵਾਰੀ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਠੈ ਨਿਤ ਸ੍ਰੀ ਗੁਰੂ ਧਰਮਸਾਲਾ। ਸਤਿਗੁਰੂ ਜੀ ਹਰ ਰੋਜ਼ ਗੁਰੂ ਘਰ ਦੇ ਵਿੱਚ ਬੈਠਦੇ ਹਨ। ਹੋਤ ਕੀਰਤਨ ਪ੍ਰੇਮ ਵਿਸਾਲਾ। ਕੀਰਤਨ ਬਹੁਤ ਜ਼ਿਆਦਾ ਹੀ ਹੁੰਦਾ ਸੀ ਪ੍ਰੇਮ ਦੇ ਨਾਲ। ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮਹਾਰਾਜ ਜੀ ਦੀ ਵਡਿਆਈ ਸੁਣ ਕੇ। ਮਾਨਵ ਆਏ ਪ੍ਰੇਮ ਕਰ ਗੁਰ ਕੋ। ਔਰ ਜਿਹੜੇ ਮਨੁੱਖ ਹਨ ਪ੍ਰੇਮ ਧਾਰ ਕੇ, ਸ਼ਰਧਾ ਧਾਰ ਕੇ ਹਿਰਦੇ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਹਨ। ਆਏ ਸਕਾਮ ਸੋ ਪੂਰਨ ਹੋਵੇ। ਦੋ ਤਰ੍ਹਾਂ ਦੀਆਂ ਸੰਗਤਾਂ ਆਉਂਦੀਆਂ ਹਨ। ਇੱਕ ਤਾਂ ਸਕਾਮੀ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਦੁਨਿਆਵੀ ਇੱਛਾ ਹੈ। ਜਿਹੜੇ ਸਕਾਮੀ ਆਉਂਦੇ ਹਨ ਉਹਨਾਂ ਦੀ ਉਹ ਇੱਛਾ ਪੂਰੀ ਹੁੰਦੀ ਹੈ। ਜੇ ਨਿਸ਼ਕਾਮ ਗਿਆਨ ਸੁਖ ਜੋਵਹਿ। ਤੇ ਜਿਹੜੇ ਨਿਸ਼ਕਾਮੀ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਦੁਨਿਆਵੀ ਕੋਈ ਇੱਛਾ ਨਹੀਂ ਆ, ਵਡਿਆਈ ਦੀ, ਪੈਸੇ ਦੀ, ਜਾਇਦਾਦਾਂ ਦੀ, ਦੁਨੀਆ ਦੇ ਸੁੱਖ ਦੀ, ਉਹ ਜਿਹੜੇ ਨਿਸ਼ਕਾਮੀ ਹਨ ਉਹਨਾਂ ਨੂੰ ਫਿਰ ਗਿਆਨ ਪ੍ਰਾਪਤ ਹੁੰਦਾ ਹੈ ਤੇ ਉਹ ਸੁੱਖ ਨੂੰ ਪ੍ਰਾਪਤ ਕਰਦੇ ਹਨ। ਪੀਰ ਧੂਰ ਨਿਤ ਪੁਰ ਕਰਤਾਰਾ। ਇਸ ਤਰ੍ਹਾਂ ਬਹੁਤ ਜ਼ਿਆਦਾ ਭੀੜ ਕਰਤਾਰਪੁਰ ਸਾਹਿਬ ਦੇ ਵਿੱਚ ਰਹਿੰਦੀ ਹੈ। ਹੋਵਹਿ ਦੇਗ ਵਿਸ਼ਾਲ ਆਹਾਰਾ। ਬਹੁਤ ਜ਼ਿਆਦਾ ਲੰਗਰ ਤਿਆਰ ਹੁੰਦਾ ਹੈ, ਬੜੀਆਂ ਸੰਗਤਾਂ ਛਕਦੀਆਂ ਹਨ। ਬੈਠੇ ਹੁਤੇ ਏਕ ਨਰ ਆਇਓ। ਸਤਿਗੁਰੂ ਜੀ ਕਰਤਾਰਪੁਰ ਸਾਹਿਬ ਧਰਮਸ਼ਾਲਾ ਦੇ ਵਿੱਚ ਗੱਦੀ ਉੱਤੇ ਬੈਠੇ ਸਨ ਤਾਂ ਇੱਕ ਬੰਦੇ ਨੇ ਆਣ ਕੇ ਮੱਥਾ ਟੇਕਿਆ। ਬੰਦਨ ਕਰਕੇ ਬੈਨ ਅਲਾਇਓ। ਮਹਾਰਾਜ ਜੀ ਨੂੰ ਡੰਡੌਤ ਕਰਕੇ ਬੇਨਤੀ ਕਰਦਾ ਹੈ, ਸਿੱਖੀ ਕਿਦੋਂ ਫਕੀਰੀ ਕਰੋ। ਸੱਚੇ ਪਾਤਸ਼ਾਹ ਜੀ ਮੈਂ ਸਿੱਖੀ ਕਰਾਂ ਕਿ ਫਕੀਰ ਬਣਾ, ਸਾਧ ਬਣਾ, ਕਿਰਪਾ ਕਰਕੇ ਦੱਸੋ ਮੈਨੂੰ। ਧਰਮ ਗ੍ਰਸਤ ਕੋ ਕਹਿ ਉਰ ਘਰੋਂ। ਜਾਂ ਫਿਰ ਮੈਂ ਗ੍ਰਸਤੀ ਤੇ ਗ੍ਰਸਤੀ ਦੇ ਜਿਹੜੇ ਧਰਮ ਹਨ ਉਹਨਾਂ ਨੂੰ ਧਾਰਨ ਕਰਾਂ ਆਪਣੀ ਜ਼ਿੰਦਗੀ ਦੇ ਵਿੱਚ। ਤਿੰਨ ਪ੍ਰਸ਼ਨ ਕੀਤੇ ਆ, ਸਿੱਖੀ ਕਰਾਂ, ਫਕੀਰੀ ਕਰਾਂ ਕਿ ਗ੍ਰਸਤੀ ਕਰਾਂ। ਆਪ ਕਿਰਪਾ ਕਰਕੇ ਦੱਸ ਦਿਓ ਮੈਨੂੰ। ਜਿਉ ਰਾਵਰ ਕੀ ਹੋਏ ਰਜਾਏ। ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਤਿਉ ਕਰ ਹਉ ਸ਼ੁਭ ਦੇਹ ਬਤਾਏ। ਮੈਂ ਉਸੇ ਤਰ੍ਹਾਂ ਹੀ ਕਰ ਲਵਾਂਗਾ। ਆਪ ਕਿਰਪਾ ਕਰਕੇ ਸ਼ੁਭ ਮੱਤ ਮੈਨੂੰ ਦੱਸ ਦੇਣਾ ਕਰੋ। ਸੁਣਿਓ ਆਪ ਕੋ ਜਸ ਮੈਂ ਭਾਰੀ। ਮੈਂ ਆਪ ਜੀ ਦੀ ਬੜੀ ਵਡਿਆਈ ਸੁਣੀ ਹੈ। ਚਲ ਆਇਓ ਹਿਤ ਬੂਝਨਕਾਰੀ। ਇਸ ਕਰਕੇ ਤੁਹਾਡੇ ਤੋਂ ਪ੍ਰੇਮ ਦੇ ਨਾਲ ਪੁੱਛਣ ਵਾਸਤੇ ਆਪ ਜੀ ਦੇ ਦਰ ਤੇ ਬੜੀ ਦੂਰੋਂ ਚੱਲ ਕੇ ਆਇਆ ਹਾਂ।
ਸਿੱਖ ਬਣਾ, ਸਾਧ ਬਣਾ ਕੇ ਵਿਆਹ ਕਰਾ ਕੇ ਗ੍ਰਸਤੀ ਹੋ ਜਾ। ਦੋਹਰਾ ਬੋਲੇ ਕਿਰਪਾ ਨਿਧਾਨ ਤਬ ਪ੍ਰਥਮ ਕਰਹੁ ਵਸ ਕਾਜ। ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਜਾਣੀ ਜਾਣ ਸਨ। ਸਤਿਗੁਰੂ ਜੀ ਨੇ ਦੇਖਿਆ ਵੀ ਇਹ ਤਿੰਨਾਂ ਦੇ ਵਿੱਚ ਹੀ ਹਉਮੈ ਕਰੀ ਫਿਰਦਾ ਹੈ ਵੀ ਮੈਂ ਬਣਾ। ਇਹ ਤਾਂ ਮਹਾਰਾਜ ਜਿਹਨੂੰ ਬਣਾਵੇ ਉਹ ਬਣ ਸਕਦਾ ਕੁਝ, ਤੇ ਪਹਿਲਾਂ ਹੀ ਮੈਂ ਚੁੱਕੀ ਫਿਰਦਾ ਵੀ ਮੈਂ ਸਿੱਖ ਬਣਾ ਕਿ ਮੈਂ ਸਾਧ ਬਣਾ। ਤਾਂ ਮਹਾਰਾਜ ਕਹਿੰਦੇ ਵੀ ਤੈਨੂੰ ਦੱਸਦੇ ਹਾਂ, ਪਹਿਲਾਂ ਇੱਕ ਕੰਮ ਕਰ ਸਾਡਾ। ਹਮਰੀ ਲੈ ਅਰਦਾਸ ਤੁਮ ਗਮਨ ਹੋ ਤੂਰਨ ਆਜ। ਸਾਡੀ ਅਰਦਾਸ ਲੈ ਕੇ, ਹੁਕਮਨਾਮਾ ਲੈ ਕੇ ਤੂੰ ਅੱਜ ਛੇਤੀ ਹੀ ਤੁਰ ਪਾ, ਤੈਨੂੰ ਕਿਤੇ ਕੰਮ ਭੇਜਣਾ ਸੀ। ਜਾਓ ਕਈ ਬਸੈ ਸਿੱਖ ਅਮ ਕੀ ਜੋ ਗ੍ਰਾਮ। ਇੱਕ ਸਾਡਾ ਸਿੱਖ ਆ, ਉਹ ਕਿਸੇ ਪਿੰਡ ਦੇ ਵਿੱਚ ਵੱਸਦਾ ਹੈ। ਦੂਜ ਨਾਮ ਜਾਵੋ ਤੇ ਧਾਮੂ। ਉਹਦਾ ਨਾਂ ਪੁੱਛਦਿਆਂ ਪਛਾਉਂਦਿਆਂ ਉਹਦੇ ਘਰ ਚਲਿਆ ਜਾਵੀਂ। 200 ਪ੍ਰਥਮ ਰੁਪਈਏ ਲੇਕਰ। ਪਹਿਲਾਂ ਉਹ ਤੋਂ 200 ਰੁਪਈਆ ਨਗਦ ਲੈਣਾ ਹੈ ਤੂੰ ਸੇਵਾ ਵਾਸਤੇ। ਪਾਛੇ ਭੋਜਨ ਕਚਿਓ ਤੇ ਘਰ। 200 ਰੁਪਈਆ ਰਖਾ ਕੇ ਫੇਰ ਪ੍ਰਸ਼ਾਦਾ ਛਕਣਾ ਉਹਦੇ ਘਰੋਂ। ਬਾਹਰੋਂ ਜਦ ਤੂੰ ਹਟ ਕਰ ਆਵੇਂ। ਫੇਰ ਜਦੋਂ ਤੂੰ ਵਾਪਸ ਮੁੜ ਕੇ ਆਵੇਂਗਾ, ਇਹ ਉੱਤਰ ਹਮ ਤਬ ਹੈ ਬਤਾਵਹਿ। ਤਾਂ ਅਸੀਂ ਤੈਨੂੰ ਇਹ ਤਿੰਨਾਂ ਗੱਲਾਂ ਦਾ ਜਵਾਬ ਦੇ ਦਾਂਗੇ। ਹੁਕਮ ਨਾਮ ਲੇਕਰ ਬਹੁ ਆਸੂ। ਤਾਂ ਉਹ ਹੁਕਮਨਾਮਾ ਲੈ ਕੇ ਮਹਾਰਾਜ ਜੀ ਦਾ ਸਾਧ ਸੰਗਤ ਜੀ ਬੜੀ ਛੇਤੀ ਹੀ ਸ਼ੀਕਰ ਗਇਓ ਤਾਹੇ ਸਿੱਖ ਪਾਸੂ। ਉਹ ਜਿਹੜਾ ਸਿੱਖ ਆ ਉਹਦੇ ਘਰ, ਇਹ ਜਿਹੜਾ ਅਜੇ ਮਨਮੁਖ ਬੰਦਾ ਹੈ, ਕੁਝ ਬਣਨਾ ਚਾਹੁੰਦਾ ਹੈ, ਗੁਰੂ ਨਹੀਂ ਧਾਰਨ ਕੀਤਾ, ਦੁਨਿਆਵੀ ਬੰਦਾ ਸੀ, ਇਹ ਚਲੇ ਗਿਆ ਉਹਦੇ ਘਰ। ਅਤਸ਼ੈ ਘਰ ਤੇ ਨਿਰਧਨ ਸੋਈ। ਜਾ ਕੇ ਦੇਖਿਆ ਉਹ ਜਿਹੜਾ ਸਿੱਖ ਆ ਜਿਹਦੇ ਪਾਸ ਮਹਾਰਾਜ ਨੇ ਭੇਜਿਆ ਹੈ, ਉਹਦੇ ਘਰ ਦੇ ਵਿੱਚ ਬਹੁਤ ਜ਼ਿਆਦੀ ਗਰੀਬੀ ਹੈ। ਅਬ ਕਬ ਭੋਜਨ ਪ੍ਰਾਪਤ ਹੋਈ। ਕਦੀ ਕਦੀ ਉਹਨਾਂ ਨੂੰ, ਪਰਿਵਾਰ ਨੂੰ ਭੋਜਨ ਪ੍ਰਸ਼ਾਦਾ ਮਿਲ ਜਾਂਦਾ ਸੀ ਕਿਤੇ ਸੁੱਖ ਸੁੱਖਾਂ ਦੇ ਨਾਲ, ਨਹੀਂ ਤੇ ਭੁੱਖਿਆਂ ਨੂੰ ਹੀ ਕਈ ਕਈ ਦਿਨ ਲੰਘਾਉਣੇ ਪੈਂਦੇ ਸਨ। ਇੱਕ ਸਿੱਖ ਤੇ ਦੁਤੀਆ ਭਲੇਰੀ। ਇੱਕ ਸਿੱਖ ਸੀ, ਇੱਕ ਉਹਦੀ ਘਰ ਵਾਲੀ ਸੀ, ਤੇ ਤੀਸਰਾ ਦੱਸਦੇ ਹਨ ਤੀਜੀ ਤਰਜਾ ਹੈ ਤਿਨ ਕੇਰੀ। ਇੱਕ ਸਿੱਖ ਸੀ, ਇੱਕ ਬੜੀ ਸੁਚੱਜੀ ਉਹਦੀ ਘਰ ਵਾਲੀ ਸੀ, ਤੇ ਤੀਸਰੀ ਉਹਨਾਂ ਦੀ ਲੜਕੀ ਸੀ। ਇਹ ਤਿੰਨ ਜੀ ਸਨ ਬਸ। ਹੁਕਮ ਸੁਨਾਮਾ ਦੇ ਗੁਰ ਜਬ ਹੀ। ਤਾਂ ਜਦੋਂ ਗੁਰੂ ਜੀ ਦਾ ਹੁਕਮਨਾਮਾ ਜਾ ਕੇ ਦਿੱਤਾ ਉਸ ਸਿੱਖ ਨੂੰ, ਅਦਕ ਪ੍ਰੇਮ ਕਰ ਬੰਦ ਹੈ ਤਬ ਹੀ। ਤਾਂ ਉਹਨੇ ਬਹੁਤੇ ਪ੍ਰੇਮ ਦੇ ਨਾਲ ਉਸ ਹੁਕਮਨਾਮੇ ਨੂੰ ਨਮਸਕਾਰ ਕੀਤੀ, ਅੱਖਾਂ ਤੇ ਰੱਖਿਆ, ਮੱਥੇ ਨੂੰ ਲਾਇਆ, ਸਿਰ ਤੇ ਰੱਖਿਆ, ਤੇ ਉਹ ਸਿੱਖ ਨੂੰ ਵੀ, ਜਿਹੜਾ ਜੇ ਸਿੱਖ ਨਹੀਂ ਸੀ ਬਣਿਆ, ਦੁਨਿਆਵੀ ਸੀ, ਉਹਨੂੰ ਵੀ ਨਮਸਕਾਰ ਕੀਤੀ ਵੀ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਹੈ। ਸਾਦਰ ਸੋ ਪਹਿ ਮੰਚਥ ਸਾਏ। ਤਾਂ ਬੜੇ ਪ੍ਰੇਮ ਦੇ ਨਾਲ ਉਸ ਸਿੱਖ ਦੇ ਘਰ ਜਿਹੋ ਜਿਹਾ ਮੰਜਾ ਸੀ ਉਹੋ ਜਿਹੇ ਉੱਤੇ ਬਿਠਾ ਦਿੱਤਾ ਗਰੀਬ ਨੇ। ਚਰਨ ਪਖਾਰੇ ਕਰ ਬਹੁ ਭਾਏ। ਫਿਰ ਦੇਖ ਲਓ ਦੁਨਿਆਵੀ ਬੰਦਾ ਸੀ, ਪਰ ਆਇਆ ਮਹਾਰਾਜ ਪਾਸੋਂ ਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਸੋਂ ਆ, ਇਸ ਕਰਕੇ ਬੜੇ ਪ੍ਰੇਮ ਦੇ ਨਾਲ ਉਹਦੇ ਚਰਨ ਧੋਤੇ ਸ਼ਰਧਾ ਦੇ ਨਾਲ, ਤੇ ਆਪਣੇ ਘਰ ਦੇ ਵਿੱਚ ਜਲ ਛਿੜਕਿਆ। ਬਹੁਰ ਕਹਿਓ ਭੋਜਨ ਕਰ ਲੀਜੈ। ਤੇ ਫਿਰ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਪ੍ਰਸ਼ਾਦਾ ਛਕ ਲਓ। ਦੂਰ ਸੋ ਸ਼ਰਮ ਮਾਰਗ ਕੋ ਕੀਜੈ। ਕਿਉਂ ਤੁਸੀਂ ਬੜੀ ਦੂਰ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਆਏ ਹੋ, ਤੁਸੀਂ ਹੁਣ ਥੱਕੇ ਤੇ ਭੁੱਖੇ ਹੋ। ਸਿੱਖ ਸੋ ਤਿਸਨੇ ਬਚਨ ਅਲਾਏ। ਤਾਂ ਸਿੱਖ ਨੂੰ ਉਹ ਜਿਹੜਾ ਦੁਨਿਆਵੀ ਪੁਰਸ਼ ਸੀ
ਉਹ ਅੱਗਿਓਂ ਬਚਨ ਕਰਦਾ ਹੈ ਗੁਰ ਕੋ ਹੁਕਮ ਨਾ ਭੋਜਨ ਖਾਏ। ਵੀ ਗੁਰੂ ਜੀ ਦਾ ਹੁਕਮ ਆ ਵੀ ਮੈਂ ਤੇਰੇ ਘਰ ਪ੍ਰਸ਼ਾਦਾ ਨਹੀਂ ਛਕਣਾ। ਪੂਰਬ ਸਰਬ ਦਰਬ ਕੋ ਲਈ। ਕਿਉਂ ਨਹੀਂ ਭਾਈ ਤੂੰ ਮੇਰੇ ਘਰ ਪ੍ਰਸ਼ਾਦਾ ਛਕਣਾ? ਤਾਂ ਕਹਿੰਦਾ ਗੁਰੂ ਜੀ ਦਾ ਹੁਕਮ ਆ ਵੀ ਪਹਿਲਾਂ 200 ਰੁਪਈਆ ਇਹ ਤੋਂ ਸੇਵਾ ਲੈਣੀ ਹੈ ਤੇ ਫਿਰ ਇਹਦੇ ਘਰੋਂ ਅੰਨ ਪਾਣੀ ਗ੍ਰਹਿਣ ਕਰਨਾ ਹੈ। ਪਾਛੇ ਤੇ ਘਰ ਅਸਨ ਅਚੇਈ। ਤੇ ਪਿੱਛੋਂ ਫਿਰ ਇਹਦੇ ਘਰੋਂ ਪ੍ਰਸ਼ਾਦਾ ਛਕ ਲੈਣਾ ਹੈ। ਸੁਣ ਕੇ ਸਿੱਖ ਸੋ ਤੂਸ਼ਨ ਰਹਿਓ। ਸੁਣ ਕੇ ਉਹ ਸਿੱਖ ਜਿਹੜਾ ਸੀ, ਜਿਹੜਾ ਬੜਾ ਗਰੀਬ ਸੀ, ਮਹਾਂ ਕੰਗਾਲ ਸੀ, ਉਹ ਚੁੱਪ ਹੋ ਗਿਆ। ਉਹਦੇ ਮੂੰਹ ਦੇ ਵਿੱਚੋਂ ਗਰੀਬੀ ਕਰਕੇ ਕੋਈ ਬਚਨ ਨਾ ਨਿਕਲ ਸਕਿਆ। ਬਦੀ ਚਿੰਤ ਸਰਤਾ ਮਨ ਬਹਿਓ। ਬਸ ਫਿਰ ਚਿੰਤਾ ਦੀ ਨਦੀ ਦੇ ਵਿੱਚ ਮਨ ਜਿਹੜਾ ਸੀ ਉਹ ਬਹਿ ਗਿਆ। ਚਿੰਤਾ ਦੇ ਵਿੱਚ ਹੀ ਉਹ ਲੱਗ ਗਿਆ ਉਸ ਸਮੇਂ। ਕਹਤੇ ਦੇਉ ਕਰੋ ਕਿਆ ਕਾਜਾ। ਚਿੰਤਾ ਨੇ ਘੇਰ ਲਿਆ, ਕਿੱਥੋਂ ਦਵਾਂ, ਕੀ ਕਰਾਂ, ਕਿਹੜਾ ਕੰਮ ਕਰਾਂ ਮੈਂ। ਸਿੱਖੀ ਪਰ ਨ ਰਹੇ ਕਿਵ ਅੱਜ। ਅੱਜ ਕਿਤੇ ਮਹਾਰਾਜ ਕਿਰਪਾ ਕਰਕੇ ਮੇਰਾ ਸਿੱਖੀ ਦਾ ਜਿਹੜਾ ਪਰਨ ਕੀਤਾ ਹੋਇਆ ਵੀ ਮੈਂ ਸਿੱਖ ਹਾਂ, ਇਹਨੂੰ ਮਹਾਰਾਜ ਕਿਸੇ ਤਰ੍ਹਾਂ ਨਿਭਾ ਦੇਣ, ਕਿਤੇ ਇਹ ਨਾ ਟੁੱਟ ਜਾਵੇ, ਮੈਨੂੰ ਜਵਾਬ ਨਾ ਦੇਣਾ ਪੈ ਜਾਵੇ। ਧਰਮ ਹੈ ਸੋਜ ਨਹੀਂ ਅਸ ਕੋਈ। ਫਿਰ ਘਰ ਦੇ ਵੱਲ ਝਾਤੀ ਮਾਰਦਾ ਹੈ ਵੀ ਘਰ ਦੇ ਵਿੱਚ ਕੋਈ ਸਮਾਨ ਹੋਵੇ, ਪਰ ਗਰੀਬ ਦੇ ਘਰ ਕਿਹੜਾ ਸਮਾਨ ਹੁੰਦਾ ਇੰਨਾ ਮਹਿੰਗਾ। ਵੇਚ ਬਾਜ਼ਾਰ ਦਿਓ ਧਨ ਜੋਈ। ਜੇ ਘਰ 'ਚ ਸਮਾਨ ਹੁੰਦਾ ਤੇ ਬਾਜ਼ਾਰ ਵਿੱਚ ਵੇਚ ਕੇ ਪੈਸੇ ਦੇ ਦਿੰਦਾ। ਦੋਹਰਾ ਤੇ ਤੰਜਾ ਕੋ ਪੰਜ ਸੈ ਉਤੋ ਸ਼ਾਹ ਇੱਕ ਦੇਤ। ਤਾਂ ਸਿੱਖ ਕਿਹਨੂੰ ਕਹਿੰਦੇ ਹਨ, ਇਹ ਹੁਣ ਤੁਸੀਂ ਸੁਣੋ ਧਿਆਨ ਦੇ ਨਾਲ। ਉਹਦੇ ਘਰ ਜਿਹੜੀ ਲੜਕੀ ਸੀ ਉਹ ਸ਼ਾਹੂਕਾਰ ਸੀ ਇੱਕ। ਉਹ ਕਹਿੰਦਾ ਸੀ ਵੀ ਤੂੰ ਮੈਨੂੰ ਦੇ ਦੇ, ਮੇਰੇ ਘਰ ਕੰਮ ਕਰਿਆ ਕਰੂਗੀ, ਸੇਵਾ ਕਰਿਆ ਕਰੂਗੀ ਤੇ ਮੈਂ 500 ਰੁਪਈਆ ਦਊਂਗਾ ਤੈਨੂੰ। ਅਬ ਕੋ ਦਰਬ ਪਛਾਨ ਕੈ ਸਿੱਖ ਨਾ ਪੂਰਬ ਲੇਤ। ਤੇ ਜਿਹੜਾ ਸਿੱਖ ਸੀ ਭਾਵੇਂ ਸੀ ਗਰੀਬ, ਪਰ ਸਿੱਖੀ ਦੇ ਵਿੱਚ ਬੜਾ ਪੱਕਾ ਸੀ। ਉਹਨੇ ਸ਼ਾਹੂਕਾਰ ਨੂੰ ਆਖਿਆ ਸੀ ਵੀ ਮੈਂ ਪਾਪ ਦਾ ਪੈਸਾ ਨਹੀਂ ਆਪਦੇ ਘਰ 'ਚ ਪਾਉਣਾ। ਇਸ ਕਰਕੇ ਉਹਨੇ ਠੋਕ ਕੇ ਜਵਾਬ ਦਿੱਤਾ ਸੀ ਪਹਿਲਾਂ। ਚੌਪਈ ਦੁਐ ਘਟਕਾ ਬੀਤੀ ਜਬ ਬੈਸੇ। ਇਦਾਂ ਵਿਚਾਰਾ ਸੋਚੀ ਜਾਂਦਾ ਹੈ। 2 ਘੜੀਆਂ ਸੋਚਦੇ ਦੀਆਂ ਹੀ ਲੰਘ ਗਈਆਂ। ਤੇ ਅੰਗਨਾ ਬੋਲੀ ਤਬ ਐਸੇ। ਤਾਂ ਫਿਰ ਜਿਹੜੀ ਘਰ ਵਾਲੀ ਸੀ ਉਹ ਫਿਰ ਉਹ ਇਸ ਸਿੱਖ ਨੂੰ ਇਸ ਤਰ੍ਹਾਂ ਸਮਝਾਉਂਦੀ ਹੈ। ਕਿਉਂ ਚਿੰਤਾ ਚਿਤ ਮੈਂ ਤਬ ਕੀਨੰ। ਇਹ ਭਾਈ ਤੂੰ ਕਿਉਂ ਆਪਣੇ ਚਿੱਤ ਵਿੱਚ ਚਿੰਤਾ ਕਰਦਾ ਹੈ। ਜੋ ਹਮ ਟੈਗ ਸੋ ਸਤਿਗੁਰ ਦੀਨੰ। ਸਾਡੇ ਪਾਸ ਜੋ ਵੀ ਆ ਉਹ ਗੁਰੂ ਦਾ ਹੈ। ਕਿਉਂ ਸਿੱਖ ਤਾਂ ਉਹ ਹੁੰਦਾ ਹੈ ਜਿਹੜਾ ਤਨ ਮਨ ਧਨ ਇਹ ਗੁਰੂ ਮਹਾਰਾਜ ਦਾ ਸਮਝਦਾ ਹੈ। ਤੇ ਜਦੋਂ ਸਾਧ ਸੰਗਤ ਜੀ ਆਪਾਂ ਕਿਸੇ ਦੇ ਕਹੇ ਤੇ ਕੋਈ ਕੰਮ ਕਰਦੇ ਆ ਤਾਂ ਫਿਰ ਆਪਣੀ ਜਿਹੜੀ ਮੈਂ ਹੁੰਦੀ ਆ, ਮੇਰੀ ਹੁੰਦੀ ਆ, ਉਹ ਮਰ ਜਾਂਦੀ ਆ। ਦੂਜੇ ਦੇ ਕਹੇ ਤੇ ਜੋ ਕਰੀਦਾ ਹੈ, ਮੰਨ ਲਓ ਮੈਂ ਤੇ ਮੇਰੀ ਮਰਨ ਦਾ ਕਿੱਡਾ ਫਲ ਹੋਵੇਗਾ। ਆਪਣੇ ਘਰ ਦੇ ਵਿੱਚ ਬੱਚੇ ਨੇ, ਜੇ ਉਹ ਆਪਣੀ ਮੈਂ ਮਾਰ ਦੇਣ ਤੇ ਪਿਓ ਦੇ ਆਖੇ ਲੱਗ ਕੇ 2 ਘੰਟੇ ਪੜ੍ਹ ਲੈਣ, 4 ਘੰਟੇ ਪੜ੍ਹ ਲੈਣ, ਪਰ ਮੈਂ ਕੀ ਕਹਿੰਦੀ ਆ ਵੀ ਖੇਡੀਏ, ਤਾਂ ਜੇ ਪਿਓ ਦੇ ਆਖੇ ਮਾਂ ਦੇ ਆਖੇ ਲੱਗ ਕੇ ਪੜ੍ਹ ਲਿਆ ਉਹਨਾਂ ਨੇ, ਅੱਜ ਕਿੱਡੇ ਅਫਸਰ ਬਣੇ, ਫਿਰ ਕਿੱਡੀ ਨੌਕਰੀ ਪ੍ਰਾਪਤ ਕੀਤੀ ਉਹਨਾਂ ਨੇ। ਤਾਂ 2 ਘੰਟੇ ਮੈਂ ਮਾਰੀ ਸੀ ਨਿਆਣਿਆਂ ਨੇ ਪਿਓ ਦੇ ਆਖੇ ਲੱਗ ਕੇ, ਤੇ ਕਿੱਡੇ ਕਿੱਡੇ ਵਿਦਵਾਨ ਬਣ ਕੇ ਸਰਕਾਰ ਤੋਂ ਲੱਖਾਂ ਰੁਪਈਆ ਤਨਖਾਹ ਲੈਂਦੇ ਹਨ। ਇਹ ਇੱਕ ਦ੍ਰਿਸ਼ਟਾਂਤ ਹੈ। ਜੇ ਗੁਰੂ ਮਹਾਰਾਜ ਦੇ ਆਖੇ ਲੱਗ ਕੇ ਆਪਦੀ ਮੈਂ ਮਾਰ ਛੱਡੀਏ ਕੁਝ ਚਿਰ ਲਈ, ਤੇ ਫਿਰ ਤੇ ਮਹਾਰਾਜ ਕਹਿੰਦੇ ਤੂੰ ਨੌਕਰੀ ਦੀ ਗੱਲ ਛੱਡ, ਕਹਿੰਦੇ ਸਿੱਧਾ ਤੈਨੂੰ ਆਪਦੇ ਤਖਤ ਤੇ ਬਿਠਾਵਾਂਗੇ। ਜਦੋਂ ਆਪਾਂ ਕਿਸੇ ਦੇ ਆਖੇ ਲੱਗਦੇ ਉਦੋਂ ਆਪਦੀ ਮੈਂ ਛੱਡਣੀ ਪੈਂਦੀ ਨਾ, ਉਹਦੀ ਮੈਂ ਦੇ ਪਿੱਛੇ ਚੱਲਣਾ ਪੈਂਦਾ ਹੈ।
ਤਾਂ ਇਸ ਕਰਕੇ ਮੈਂ ਮੇਰੀ ਛੱਡਣੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰਕੇ ਛਡਾ ਲੈਣ। ਜਿਨ੍ਹਾਂ ਦੀ ਮੈਂ ਮੇਰੀ ਮਰੀ ਹੁੰਦੀ ਆ, ਜਿਨ੍ਹਾਂ ਦਾ ਮਨ ਵੱਸ 'ਚ ਹੁੰਦਾ ਹੈ, ਉਹਨਾਂ ਦੇ ਨਿਤਨੇਮ ਦੇ ਵਿੱਚ, ਸਿਮਰਨ ਦੇ ਵਿੱਚ ਫਿਰ ਕੋਈ ਫਰਕ ਨਹੀਂ ਪੈਂਦਾ ਹੈ। ਅਤੇ ਜਿਹਦੀ ਮੈਂ ਮੇਰੀ ਅਜੇ ਨਹੀਂ ਬਹੁਤੀ ਮਰੀ ਹੁੰਦੀ ਅਤੇ ਜ਼ੋਰਾਵਰ ਹੁੰਦੀ ਆ, ਉਹ ਫਿਰ ਮਨ ਬੇਈਮਾਨੀ ਕਰ ਜਾਂਦਾ ਉਹਨਾਂ ਦੇ ਨਾਲ। ਭਜਨ ਕਰਨ ਵੇਲੇ, ਅੰਮ੍ਰਿਤ ਵੇਲੇ, ਉੱਠਣ ਵੇਲੇ ਵੀ ਬੇਈਮਾਨ ਬਣਦਾ ਹੈ। ਤਾਂ ਇਸ ਕਰਕੇ ਦੇਖ ਲਓ, ਜਿਹੜੇ ਬੱਚਿਆਂ ਨੇ 2 ਘੰਟੇ ਮੈਂ ਮਾਰੀ, ਉਹ ਵਕੀਲ ਬਣ ਗਏ, ਡਾਕਟਰ ਬਣ ਗਏ। ਅਤੇ ਜੇ ਮਹਾਰਾਜ ਦੇ ਆਖੇ ਲੱਗ ਕੇ ਮੈਂ ਮੇਰੀ ਮਾਰ ਦੋਗੇ, ਅਤੇ ਫਿਰ ਤੇ ਕਬੀਰ ਸਾਹਿਬ ਕਹਿੰਦੇ, ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਐਸੀ ਸਾਧ ਸੰਗਤ ਦੀ ਕਿਰਪਾ ਹੁੰਦੀ ਹੈ। ਤਾਂ ਜੋ ਵੀ ਸਿੱਖਾਂ ਦੇ ਘਰ ਆ, ਇਹ ਸਮਝਣਾ ਚਾਹੀਦਾ ਹੈ ਕਿ ਗੁਰੂ ਦਾ ਹੀ ਹੈ। ਤਨ, ਮਨ, ਧਨ। ਤਨ ਦੇ ਵਿੱਚ ਸਰੀਰ ਆ ਗਿਆ, ਮਨ ਦੇ ਵਿੱਚ ਦਿਲ ਆ ਗਿਆ, ਹਿਰਦਾ ਆ ਗਿਆ, ਅਤੇ ਧਨ ਦੇ ਵਿੱਚ ਜਾਇਦਾਦ ਆ ਗਈ, ਘਰ-ਬਾਰ ਆ ਗਿਆ, ਪੁੱਤਾਂ ਨੂੰ ਵੀ ਧਨ ਹੀ ਮੰਨਿਆ ਹੈ। ਇਹ ਸਾਰਾ ਕੁਝ ਆ ਜਾਂਦਾ ਹੈ ਵਿੱਚ। ਤਾਂ ਮਹਾਰਾਜ ਉਹ ਜਿਹੜੀ ਇਹਦੀ ਘਰ ਵਾਲੀ ਸੀ, ਜੀਵਨ ਸਾਥੀ ਸੀ, ਉਹਨੇ ਵੇਖੋ ਕਿੱਡੀ ਚੰਗੀ ਰਾਏ ਦਿੱਤੀ। ਉਹ ਕਹਿੰਦੀ ਵੀ ਆਪਾਂ ਸਿੱਖ ਹਾਂ ਅਤੇ ਸਭ ਕੁਝ ਮਹਾਰਾਜ ਦਾ ਹੀ ਦਿੱਤਾ ਹੈ। ਇਸ ਕਰਕੇ ਇਹ ਮਹਾਰਾਜ ਦਾ ਹੀ ਸਮਝਣਾ ਚਾਹੀਦਾ ਹੈ। ਲਿਹੋ ਸੁਤਾ ਕੋ ਦਵੈ ਸੌ ਅਬਹੀ। ਅਤੇ ਤੂੰ ਇੱਦਾਂ ਕਰ, ਮੈਂ ਆਪਣੀ ਲੜਕੀ ਨਾਲ ਗੱਲ ਕਰਦੀ ਹਾਂ। ਲੜਕੀ ਨਾਲ ਗੱਲ ਕੀਤੀ ਵੀ ਜੇ ਤੇਰਾ ਪਿਤਾ ਤੈਨੂੰ ਮਹਾਰਾਜ ਦੀ ਖਾਤਰ ਕਿਤੇ ਕੰਮ ਕਰਨ ਵਾਸਤੇ ਛੱਡ ਆਵੇ, ਜਿਵੇਂ ਤਗੜੇ ਘਰਾਂ 'ਚ ਗਰੀਬ ਲੜਕੀਆਂ ਕੰਮ ਕਰਦੀਆਂ ਹਨ, ਅਤੇ ਐਡਵਾਂਸ ਪੈਸੇ ਫੜ ਲਿਆਵੇ, ਅਤੇ ਤੈਨੂੰ ਕੋਈ ਰੰਜਿਤ ਨਹੀਂ ਹੈ, ਗੁੱਸਾ ਤਾਂ ਨਹੀਂ ਹੈ, ਤਾਂ ਉਹ ਬੱਚੀ ਵੀ ਬੜੀ ਸਿਆਣੀ ਸੀ ਸਾਧ ਸੰਗਤ ਜੀ। ਉਹਨੇ ਹੱਥ ਜੋੜਤੇ ਵੀ ਜੇ ਮੇਰਾ ਵੀ ਸੇਵਾ ਵਿੱਚ ਹਿੱਸਾ ਪੈ ਸਕਦਾ ਤਾਂ ਮੈਂ ਕਿਉਂ ਪਿੱਛੇ ਰਹਿਣਾ ਹੈ। ਤਾਂ ਉਹ ਫਿਰ ਘਰ ਵਾਲੀ ਨੇ ਸਲਾਹ ਕੀਤੀ ਘਰ ਵਾਲੇ ਨਾਲ, ਅਤੇ ਫਿਰ ਸਲਾਹ ਹੋਈ ਵੀ 200 ਰੁਪਈਆ ਐਡਵਾਂਸ ਲੈ ਲਈਏ ਅਤੇ ਇਹਨੂੰ ਸ਼ਾਹੂਕਾਰ ਦੇ ਘਰ ਕੰਮ ਕਰਨ ਵਾਸਤੇ ਛੱਡ ਆਈਏ ਦੋਵੇਂ ਜੀ। ਸਤਿਗੁਰ ਹੇਤ ਦੇਹੋ ਸੋ ਤਬਹੀ। ਅਤੇ ਸਤਿਗੁਰੂ ਜੀ ਦੇ ਹੇਤ ਮਹਾਰਾਜ ਨੇ 200 ਰੁਪਈਆ ਮੰਗਿਆ, ਉਹ 200 ਰੁਪਈਆ ਦੇ ਦਈਏ। ਜੇ ਨਿਜ ਹਿਤ ਲੇਵੈ ਅਗ ਹੋਏ। ਤਾਂ ਉਹ ਘਰ ਵਾਲਾ ਕਹਿੰਦਾ ਫਿਰ ਇਹ ਪਾਪ ਨਹੀਂ ਆ ਲੜਕੀ ਦਾ ਪੈਸਾ ਲੈਣਾ, ਲੜਕੀ ਦਾ ਧਨ ਲੈਣਾ। ਤਾਂ ਘਰ ਵਾਲੀ ਕਹਿਣ ਲੱਗੀ ਵੀ ਜੇ ਤੇ ਲਈਏ ਆਪਣੇ ਵਾਸਤੇ ਫਿਰ ਤੇ ਆਪਾਂ ਸਿਰੇ ਦੇ ਪਾਪੀ, ਤੇ ਜੇ ਆਪਾਂ ਲਈਏ ਸੇਵਾ ਵਾਸਤੇ, ਪਰਉਪਕਾਰ ਕਰਨ ਵਾਸਤੇ, ਤਾਂ ਫਿਰ ਤਾਂ ਇਹ ਜਿਵੇਂ ਮਹਾਰਾਜ ਜੀ ਨੇ ਆਖਿਆ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਫਿਰ ਤੇ ਇਹ ਸੇਵਾ ਬੜੀ ਵੱਡੀ ਹੈ। ਇਸ ਕਰਕੇ ਸੇਵਾ ਦੀ ਖਾਤਰ ਜੇ ਆਪਾਂ ਲੈਨੇ ਤੇ ਫਿਰ ਕਾਹਦਾ ਪਾਪ ਹੈ। ਪਰ ਉਪਕਾਰ ਦੋਸ਼ ਨਹੀਂ ਕੋਏ। ਪਰਉਪਕਾਰ ਦੇ ਵਿੱਚ ਫਿਰ ਦੋਸ਼ ਨਹੀਂ ਰਹਿ ਜਾਂਦਾ ਹੈ ਕੋਈ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਚੋਰੀ ਕਰਦੇ ਰਹੇ, ਪਰ ਪਰਉਪਕਾਰ ਖਾਤਰ ਇਸ ਕਰਕੇ ਦੋਸ਼ ਨਹੀਂ ਲੱਗਾ ਕੋਈ ਉਹਨਾਂ ਨੂੰ। ਤਾਂ ਜਿਹੜਾ ਪਰਉਪਕਾਰ ਦੀ ਖਾਤਰ ਕਿਸੇ ਦਾ ਭਲਾ ਕਰਦਾ ਹੈ, ਉਹਨਾਂ ਉੱਤੇ ਕੋਈ ਦੋਸ਼ ਨਹੀਂ ਆਉਂਦਾ ਕਦੀ ਵੀ। ਤੂਰਨ ਕੀਜੈ ਉਠ ਕਰ ਕਾਜਾ। ਇਸ ਕਰਕੇ ਛੇਤੀ ਕਰ। ਇਹ ਮਨ ਬੜਾ ਬੇਈਮਾਨ ਹੈ, ਕੀ ਪਤਾ ਕਦੋਂ ਇਹਨੇ ਬਦਲ ਜਾਣਾ। ਉੱਠ ਕੇ ਦਵਾ ਦਵ ਕਰ ਦੇ ਸੇਵਾ। ਰਾਖੋ ਸਿੱਖੀ ਕੋ ਪ੍ਰਣ ਆਜਾ। ਅੱਜ ਜੇ ਸਮਾਂ ਲੰਘ ਗਿਆ ਤੇ ਆਪਾਂ ਫੇਲ ਹੋ ਗਏ, ਕਿਉਂ ਰੱਬ ਪਰਖਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਸਾਧ ਸੰਗਤ ਜੀ, ਪਰਮੇਸ਼ਰ ਪਰਖਦਾ ਹੈ, ਬੜਾ ਦੁੱਖ ਦਿੰਦਾ, ਦੁੱਖ ਦੇ ਕੇ ਵੀ ਪਰਖਦਾ ਹੈ, ਘਾਟਾ ਪਾ ਕੇ ਵੀ ਪਰਖਦਾ ਹੈ, ਮੌਤ ਕਿਸੇ ਦੀ ਕਰਕੇ ਵੀ ਪਰਖਦਾ ਹੈ, ਬਿਜ਼ਨਸ ਫੇਲ ਕਰਕੇ ਵੀ ਪਰਖਦਾ ਹੈ।
ਫਸਲ ਹੱਥੀਂ ਬੀਜੀ ਪੈਸਾ ਖਰਚਿਆ ਉਹ ਜਾੜ ਕੇ ਵੀ ਪਰਖਦਾ ਹੈ। ਇੱਦਾਂ ਪਰਮੇਸ਼ਰ ਬਹੁਤ ਪਰਖਦਾ ਹੈ। ਤਾਂ ਜਿਹੜੇ ਅਸਲੀ ਪ੍ਰੇਮੀ ਹੁੰਦੇ ਹਨ ਉਹ ਮਹਾਰਾਜ ਦੀ ਕਿਰਪਾ ਨਾਲ ਪਾਸ ਹੋ ਜਾਂਦੇ। ਆਪਣੀ ਕਿਰਪਾ ਨਾਲ ਤੇ ਕੀ ਕਿਸੇ ਨੇ ਪਾਸ ਹੋਣਾ, ਮਹਾਰਾਜ ਕਿਰਪਾ ਕਰਕੇ ਉਹਨਾਂ ਨੂੰ ਪਾਸ ਕਰਾ ਦਿੰਦੇ ਹਨ। ਇਸੇ ਤਰ੍ਹਾਂ ਗੁਰੂ ਸਾਹਿਬ ਹੁੰਦੇ ਹੀ ਇਸ ਵਾਸਤੇ ਹਨ ਕਿ ਪਰਮੇਸ਼ਰ ਦੇ ਭਾਣੇ ਵਿੱਚ ਸਿੱਖ ਨੂੰ ਚਲਾ ਦਿੰਦੇ ਹਨ। ਤਾਂ ਇਹ ਬੀਬੀ ਕਹਿਣ ਲੱਗੀ ਵੀ ਉੱਠ ਕੇ ਅੱਜ ਪਰਖ ਦਾ ਸਮਾਂ ਹੈ, ਵੇਖੀ ਐਵੇਂ ਮਨ ਛੋਟਾ ਕਰਕੇ ਦੁਖੀ ਹੋ ਕੇ ਫੇਲ ਨਾ ਹੋ ਜੀ, ਤੇ ਤੂੰ ਸਿੱਖੀ ਦਾ ਜਿਹੜਾ ਪ੍ਰਣ ਕੀਤਾ ਹੈ ਉਹਨੂੰ ਪੂਰਾ ਕਰ। ਤੂੰ ਪ੍ਰਣ ਕੀਤਾ ਸੀ ਵੀ ਮੈਂ ਗੁਰੂ ਕਾ ਸਿੱਖ ਹਾਂ, ਤੇ ਗੁਰੂ ਕਾ ਸਿੱਖ ਹੋਇਆ ਜਿਹਨੇ ਸਾਰਾ ਕੁਝ ਗੁਰੂ ਦਾ ਸਮਝਿਆ ਹੋਇਆ ਹੈ, ਮਹਾਰਾਜ ਜੀ ਦਾ ਸਮਝਿਆ ਹੋਇਆ ਹੈ। ਆਪਾਂ ਜਿਹੜੇ ਆ ਨਾ ਆਪਣਾ ਸੁਭਾਅ ਥੋੜ੍ਹਾ ਜਿਹਾ ਪੁੱਠਾ ਹੈ, ਆਪਾਂ ਗੱਲੀ ਬਾਤੀ ਕਹਿੰਦੇ ਸਭ ਕੁਝ ਮਹਾਰਾਜ ਦਾ ਦਿੱਤਾ, ਤੇ ਜਦੋਂ ਮਹਾਰਾਜ ਦੀ ਸੇਵਾ ਆਵੇ ਤੇ ਫਿਰ ਅਸੀਂ ਹੱਥ ਘੁੱਟ ਲੈਂਦੇ ਹਾਂ। ਇਸ ਕਰਕੇ ਅਸੀਂ ਗੱਲੀ ਬਾਤੀ ਕਹਿੰਦੇ ਹਾਂ ਵੀ ਮਹਾਰਾਜ ਦਾ ਵਿੱਚੋਂ ਨਹੀਂ ਅਸੀਂ ਸਮਝਦੇ ਮਹਾਰਾਜ ਦਾ ਅਸੀਂ ਸਮਝਦੇ ਵੀ ਸਾਡਾ ਹੀ ਆ, ਮਹਾਰਾਜ ਦਾ ਕੱਖ ਨਹੀਂ ਲੱਗਦਾ ਹੈ। ਤਾਂ ਇਸ ਕਰਕੇ ਇੱਕ ਕਹਿੰਦੇ ਉਹ ਸਾਖੀ ਸੁਣਾਉਂਦੇ ਹੁੰਦੇ ਸੀ ਵਿਦਵਾਨ, ਇੱਕ ਇੱਦਾਂ ਦਾ ਪ੍ਰੇਮੀ ਸੀ, ਕਹਿੰਦਾ ਸਭ ਕੁਝ ਹੀ ਮਹਾਰਾਜ ਦਾ, ਤੇ ਜਦੋਂ ਉਹਨੇ ਦਸਵੰਧ ਕੱਢਣਾ ਨਾ ਉਹਨੇ ਗੋਲ ਘਤਾਰਾ ਜਿਹਾ ਖਿੱਚ ਲੈਣਾ, ਲੀਕ ਮਾਰ ਲੈਣੀ, ਤੇ ਉਹਨੇ ਕਹਿਣਾ ਵੀ ਜਿੰਨੇ ਅੰਦਰ ਡਿੱਗ ਪਏ ਉਹ ਮਹਾਰਾਜ ਦੇ, ਤੇ ਜਿੰਨੇ ਬਾਹਰ ਡਿੱਗ ਪਏ ਉਹ ਮੇਰੇ, ਹੱਥਾਂ 'ਚ ਫੜ ਕੇ। ਤੇ ਉਹਨੇ ਸੁੱਟਣਾ ਹੀ ਇਸ ਹਿਸਾਬ ਨਾਲ ਵੀ ਸਾਰੇ ਹੀ ਆਖੋ ਬਾਹਰ ਹੀ ਡਿੱਗ ਪੈਣ, ਤੇ ਵਿੱਚ ਐਵੇਂ ਥੋੜ੍ਹਾ ਬਹੁਤਾ ਕੋਈ ਰੁਪਈਆ ਪੈ ਛੱਡਣਾ, ਉਹ ਵੀ ਕਿਤੇ ਭੁੱਲ ਭੁਲੇਖੇ ਹੱਥੋਂ ਨੂੰ ਹੋ ਗਿਆ। ਇੱਦਾਂ ਦੇ ਵੀ ਬੜੇ ਸੰਸਾਰ ਦੇ ਵਿੱਚ ਹਨ। ਤਾਂ ਕਹਿਣ ਨੂੰ ਆਪਾਂ ਸਾਰੇ ਕਹਿੰਦੇ ਹਾਂ ਜੋ ਕੁਛ ਹੈ ਸੋ ਤੇਰਾ, ਪਰ ਅਸਲ ਦੇ ਵਿੱਚ ਇੱਥੇ ਖੜਾ ਕੋਈ ਵਿਰਲਾ ਹੀ ਆ। ਜਿਹੜੇ ਇੱਥੇ ਖੜੇ ਆ ਉਹ ਇੱਕ ਸਕਿੰਟ ਨਹੀਂ ਲਾਉਂਦੇ ਦੇਣ ਲੱਗਿਆ, ਫਿਰ ਇੱਕ ਸਕਿੰਟ ਨਹੀਂ ਕਰਦੇ ਕੁਰਬਾਨੀ ਕਰਨ ਲੱਗਿਆ। ਤਾਂ ਇੱਥੇ ਫਿਰ ਉਹ ਬੀਬੀ ਕਿੱਡੀ ਜੀਵਨ ਵਾਲੀ ਹੋਊਗੀ, ਨਾਮ ਅਭਿਆਸੀ ਹੋਊਗੀ, ਸੇਵਾ ਵਾਲੀ ਹੋਊਗੀ, ਜਿਹਨੇ ਏਡਾ ਵੱਡਾ ਸਟੈਂਡ ਲਿਆ ਸੀ ਉਸ ਸਮੇਂ। ਸਲਾਹ ਐਸੀ ਨਿਜ ਤਿਯ ਕੀ, ਜਦੋਂ ਆਪਣੀ ਘਰ ਵਾਲੀ ਦੀ ਸਲਾਹ ਇਸ ਬੰਦੇ ਨੇ ਲਈ, ਮਾਨੀ ਮਨ ਕਰ ਭਾਵਤ ਨਿੱਕੀ, ਤਾਂ ਇਹਦੇ ਮਨ ਨੇ ਮੰਨ ਲਈ, ਇਹਦੇ ਦਿਲ ਨੂੰ ਭਾ ਗਈ ਗੱਲ। ਦੋਹਰਾ ਗਮਨਿਓ ਟਿਕ ਤਬ ਸ਼ਾਹ ਕੇ, ਬੈਠਿਓ ਬਚਨ ਅਲਾਏ। ਤਾਂ ਸ਼ਾਹੂਕਾਰ ਦੇ ਪਾਸ ਚਲੇ ਗਿਆ ਤੇ ਜਾ ਕੇ ਉਹਦੇ ਨਾਲ ਗੱਲ ਕਰਦਾ ਹੈ। ਸਹਸਾ 2.5 ਦਰਬ ਦੇ ਸੁਤਾ ਵਿਆਹ ਲੈ ਜਾਏ। ਇਹ ਭਾਈ ਤੂੰ ਮੈਨੂੰ 250 ਰੁਪਈਆ ਦੇ ਦੇ ਤੇ ਮੇਰੀ ਲੜਕੀ ਲੈ ਜਾਣਾ ਕਰ। ਕਹਿ ਸ਼ਾਹ ਤੁਮ ਲਿਓ ਬਧੇਰੇ। ਸ਼ਾਹੂਕਾਰ ਕਹਿੰਦਾ ਵੀ ਤੂੰ ਵੱਧ ਲੈ ਲਾ, 250 ਕਿਉਂ ਲੈਣਾ, 500 ਲੈ ਲਾ ਮੇਰੇ ਕੋਲੋਂ। ਦਰਬ ਵਿਸਾਲ ਸਦਨ ਮਹਿ ਮੇਰੇ ਘਰ ਦੇ ਵਿੱਚ ਬੜਾ ਪੈਸਾ ਹੈ। ਦਾਰਦ ਏਕ ਬਾਰ ਨਿਜ ਖੋਈ। ਇੰਨਾ ਪੈਸਾ ਵਾ, ਇੱਕੇ ਵਾਰੀ ਲੈ ਲਾ ਮੇਰੇ ਤੋਂ ਤੇ ਤੇਰੀ ਗਰੀਬੀ ਨਿਕਲ ਜਾਵੇਗੀ ਸਾਰੀ। ਸੁਖ ਪਾਵ ਹੈ ਕਰ ਸ਼ੰਕ ਨਾ ਕੋਈ। ਸੁਖ ਪਾਵੇਂਗਾ, ਤੈਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਵੇਗੀ। ਸੁਨੋ ਚਾਹੇ ਮੁਝ ਅਵਰ ਨਾ ਕੋਈ। ਤਾਂ ਇਹ ਕਹਿਣ ਲੱਗਾ ਵੀ ਮੈਨੂੰ, ਸਿੱਖ ਕਹਿਣ ਲੱਗਾ ਵੀ ਮੈਨੂੰ ਕੋਈ ਹੋਰ ਇੱਛਾ ਨਹੀਂ ਹੈ। ਜਾਚੇ ਜਿਤੇ ਦੀਜੀਐ ਸੋਈ। ਮੈਂ ਜਿੰਨੇ ਮੰਗੇ ਉਨੇ ਹੀ ਦੇਣਾ ਕਰ। ਅਸ ਕਹਿ ਲੈ ਤਬ ਸਹਸਾ 2.5। ਤਾਂ ਸਿੱਖ ਨੇ ਲੋਭ ਨਹੀਂ ਕੀਤਾ, ਕਹਿੰਦੇ 250 ਰੁਪਈਆ ਲਿਆ ਉਸ ਟਾਈਮ। ਆਣ ਸਿੱਖ ਕੀ ਭੇਟ ਚੜਾਈ। ਤੇ ਆਣ ਕੇ ਜਿਹੜਾ ਉਹ ਆਇਆ ਸੀ ਉਹਦੇ 200 ਰੁਪਈਆ ਭੇਟਾ ਜਿਹੜੀ ਹੈ ਉਹ ਚੜਾ ਦਿੱਤੀ ਉਹਨੂੰ। ਦੋਹਰਾ ਦੋ ਸਹਿ ਸਤਿਗੁਰ ਕੋ ਦਇਓ, ਸਿੱਖ ਕੀ ਭੇਟ 50। ਕਹਿੰਦੇ 200 ਤੇ ਮਹਾਰਾਜ ਨੂੰ ਦਿੱਤਾ ਤੇ 50 ਫਿਰ ਕਾਹਦੇ ਵਾਸਤੇ ਲਏ ਵੱਧ। ਕਹਿੰਦੇ 50 ਉਹ ਜਿਹੜਾ ਸਿੱਖ ਆਇਆ ਸੀ ਨਾ ਉਹਨੂੰ ਮੱਥਾ ਟੇਕ ਦਿੱਤਾ, ਉਹਦੀ ਦਰਸ਼ਨੀ ਭੇਟਾ ਦਿੱਤੀ ਵੀ ਤੂੰ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਹੈ। ਜਾਂ ਇਹ ਜਿਹੜਾ ਪ੍ਰਸੰਗ ਆ ਇਹ ਵੈਸੇ ਆਉਂਦਾ ਨਹੀਂ ਨਾ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ 'ਚ ਵੀ ਨਹੀਂ ਆਉਂਦਾ, ਸਿੱਖਾਂ ਦੀ ਭਗਤਮਾਲ 'ਚ ਵੀ ਨਹੀਂ ਆਉਂਦਾ, ਮਹਿਮਾ ਪ੍ਰਕਾਸ਼ 'ਚ ਵੀ ਨਹੀਂ ਆਉਂਦਾ, ਕਿਤੇ ਵੀ ਨਹੀਂ ਆਉਂਦਾ। ਇਹ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਆਉਂਦਾ ਹੈ। ਇਸ ਕਰਕੇ ਉੱਥੇ ਇਸ ਤਰ੍ਹਾਂ ਲਿਖਿਆ ਵਾ ਵੀ ਪੁਰਾਣੇ ਸਮੇਂ
ਸ਼ਾਹੂਕਾਰ ਸੀ ਕੋਈ। ਤੇ ਜਿਵੇਂ ਕਈ ਵਾਰੀ ਘਰ 'ਚ ਬੱਚਾ ਨਹੀਂ ਹੁੰਦਾ, ਔਲਾਦ ਨਹੀਂ ਹੁੰਦਾ, ਤੇ ਉਹਨੇ ਫਿਰ ਇਹ ਸਿੱਖ ਨੂੰ ਆਖਿਆ ਸੀ ਵੀ ਤੂੰ ਲੜਕੀ ਦਾ ਨਾਤਾ ਕਰ ਦੇ ਮੈਨੂੰ, ਤੇ ਜਿੰਨੇ ਪੈਸੇ ਕਵੇਂ ਮੈਂ ਤੈਨੂੰ ਦੇ ਦੇਵਾਂਗਾ। ਪਰ ਸਿੱਖ ਨੇ ਆਖਿਆ ਸੀ ਵੀ ਇਹ ਪਾਪ ਨਹੀਂ ਮੈਂ ਕਰ ਸਕਦਾ। ਇੱਦਾਂ ਸਾਧ ਸੰਗਤ ਜੀ, ਪਰ ਜਦੋਂ ਮਹਾਰਾਜ ਦੀ ਸੇਵਾ ਦੀ ਗੱਲ ਕਰਨ ਦੀ ਆਈ ਤਾਂ ਸਿੱਖ ਨੇ ਫਿਰ ਲੜਕੀ ਦਾ ਨਾਤਾ ਕਰ ਦਿੱਤਾ ਸੀ ਸੇਵਾ ਦੀ ਖਾਤਰ, ਲੜਕੀ ਦੀ ਸਹਿਮਤੀ ਦੇ ਨਾਲ। ਆਮ ਜੇ ਸੁਣੋਗੇ ਤੇ ਪ੍ਰਸੰਗ ਬੜਾ ਹੋਰ ਹੀ ਲੱਗੂਗਾ ਤੁਹਾਨੂੰ, ਪਰ ਜੇ ਸਿੱਖ ਦੀ ਸੇਵਾ ਵੱਲ ਵੇਖੋਗੇ ਫਿਰ ਲੜਕੀ ਕੀ, ਇੱਥੇ ਤੇ ਮਹਾਰਾਜ ਨੇ 4 ਸਾਹਿਬਜ਼ਾਦੇ ਵੀ ਆਪਣੇ ਵਾਰ ਦਿੱਤੇ ਹਨ, ਕੁਰਬਾਨ ਕਰ ਦਿੱਤੇ ਹਨ। ਏਡੇ ਏਡੇ ਵੀ ਸਤਪੁਰਸ਼ ਜਿਨ੍ਹਾਂ ਕਲਗੀਧਰ ਜੀ ਵੱਲ ਦੇਖ ਕੇ ਆਪਣਾ ਸਾਰਾ ਪਰਿਵਾਰ ਬਾਅਦ 'ਚ ਸ਼ਹੀਦ ਕਰਵਾਇਆ ਹੈ। ਇਸ ਕਰਕੇ ਸ਼ੰਕਾ ਨਹੀਂ ਮਨ ਦੇ ਵਿੱਚ ਲਿਆਉਣੀ ਕੋਈ ਐਸੀ ਵੀ ਇੱਦਾਂ ਦੀ ਗੱਲ ਕਿੱਦਾਂ ਹੋ ਸਕਦੀ ਆ। ਤਾਂ ਬਾਅਦ ਦੇ ਵਿੱਚ ਕਹਿੰਦੇ ਉਹ ਸ਼ਾਹੂਕਾਰ ਦੇ ਮਨ 'ਤੇ ਵੀ ਅਸਰ ਪਿਆ ਸੀ, ਉਹ ਵੀ ਗੁਰੂ ਕਾ ਸਿੱਖ ਬਣਿਆ ਸੀ। ਕਰ ਭੋਜਨ ਬਿਸਮੈ ਭਇਓ ਚਲਿਓ ਗੁਰ ਕੇ ਪਾਸ। ਤਾਂ ਪ੍ਰਸ਼ਾਦਾ ਛਕ ਕੇ ਬੜਾ ਹੈਰਾਨ ਹੋ ਕੇ ਉਹ ਬੰਦਾ ਤੁਰ ਪਿਆ। ਵੀ ਇੱਦਾਂ ਦੇ ਸਿੱਖ ਹੁੰਦੇ? ਮੈਂ ਤੇ ਆਖਿਆ ਸੌਖਾ ਹੀ ਕੰਮ ਆ, ਕੜਾਹ ਹੀ ਖਾਣਾ ਖਾਈ ਜਾਵਾਂਗੇ 2 ਟਾਈਮ। ਮਹਾਰਾਜ ਨੂੰ ਕਹਿੰਦਾ ਸੀ ਨਾ ਵੀ ਸਿੱਖ ਬਣਾ ਕੇ, ਸਾਧ ਬਣਾ ਕੇ, ਗ੍ਰਸਤੀ ਬਣਾ। ਮਹਾਰਾਜ ਨੇ ਵਿਖਾਤਾ ਸਿੱਖ ਫਿਰ ਵੀ ਬਣ, ਕਹਿੰਦੇ ਬਣ ਸਕਦਾ ਤੂੰ ਸਿੱਖ। ਇਹ ਕਰਕੇ ਸਾਧ ਸੰਗਤ ਜੀ ਇਹ ਤੇ ਹੱਥ ਜੋੜ ਕੇ ਕਹਿਣਾ ਚਾਹੀਦਾ ਵੀ ਮਹਾਰਾਜ ਤੁਸੀਂ ਕਿਰਪਾ ਕਰੋ। ਅਸੀਂ ਕੌਣ ਆ ਜਿਹੜੇ ਆਪਣੇ ਆਪ ਬਣ ਸਕਦੇ ਹਾਂ ਕੁਝ? ਚੌਪਈ ਮਗ ਮਹਿ ਭਈ ਦੁਪਹਿਰੀ ਜਬਹੀ। ਤਾਂ ਇੱਧਰ ਰਾਹ ਦੇ ਵਿੱਚ ਦੁਪਹਿਰ ਹੋ ਗਈ ਇਸ ਨੂੰ। ਦੇਖੇ ਇੱਕ ਸਾਧ ਬੈਠ ਗਏ ਤਬ ਹੀ। ਇੱਥੇ ਇੱਕ ਸਾਧ ਬੈਠਾ ਹੋਇਆ ਸੀ ਦਰਖਤ ਥੱਲੇ, ਉਹਦੇ ਲਾਗੇ ਜਾ ਕੇ ਇਹ ਵੀ ਬੈਠ ਗਿਆ। ਥਕਤ ਭਇਓ ਪਹੁੰਚਿਓ ਤਹਿ ਕਾਲਾ। ਦੂਜਾ ਪ੍ਰਸ਼ਨ ਕੀਤਾ ਸੀ ਵੀ ਸਾਧ ਬਣਾ। ਜਦੋਂ ਥੱਕ ਗਿਆ ਉੱਥੇ ਪਹੁੰਚਦਾ ਥਕਤ ਭਇਓ ਪਹੁੰਚਿਓ ਤਹਿ ਕਾਲਾ। ਤਾਂ ਇੱਕ ਸ਼ਾਹੂਕਾਰ ਸਾਧ ਸੰਗਤ ਜੀ ਤੁਰਿਆ ਜਾਂਦਾ ਸੀ, ਥੱਕ ਗਿਆ, ਉੱਥੇ ਪਹੁੰਚਦਾ ਇੱਕ ਆਇਓ ਸ਼ਾਹ ਬਸਾਲਾ। ਤਾਂ ਇੱਕ ਸ਼ਾਹੂਕਾਰ ਜਿਹੜਾ ਬੜਾ ਪੈਸੇ ਵਾਲਾ ਸੀ ਉਹ ਵੀ ਆ ਗਿਆ ਉਧਰੋਂ। ਸੰਤ ਸਰੂਪ ਬਲੋਕ ਕਿਰਪਾਲਾ। ਉਹ ਸਤ ਸੰਗੀ ਸੀ ਸ਼ਾਹੂਕਾਰ। ਉਹਦੇ ਮਨ ਦੇ ਵਿੱਚ ਇਹ ਖਿਆਲ ਰਹਿੰਦੇ ਸਨ ਵੀ ਜੋ ਹੱਥੀਂ ਦਾਨ ਪੁੰਨ ਕਰ ਜਾਈਏ ਉਹਦਾ ਭਾਰੀ ਫਲ ਪ੍ਰਾਪਤ ਹੁੰਦਾ ਹੈ। ਤਾਂ ਉਹ ਉਸ ਸਮੇਂ ਉਹਨੇ ਦੇਖਿਆ ਵੀ ਇਹ ਸੰਤ ਆ ਤੇ ਕਿਰਪਾ ਦੇ ਘਰ ਹਨ। ਭੇਟ ਚੜਾਇਓ ਏਕ ਦੁਸ਼ਾਲਾ। ਤਾਂ ਉਹ ਸ਼ਾਹੂਕਾਰ ਨੇ ਇੱਕ ਦਸ਼ਾਲਾ, ਬੜਾ ਮਹਿੰਗਾ, ਬਹੁਤ ਸੋਹਣਾ, ਬੜੀ ਕਢਾਈ ਸੀ ਜਿਹਦੇ ਉੱਤੇ, ਉਹ ਚੜਾ ਦਿੱਤਾ ਭੇਟਾ ਵਿੱਚ। ਉਸ ਧਰ ਮਧੁਰ ਆਹਾਰ ਅਧਾਰੀ। ਤੇ ਕੁਝ ਮਿੱਠਾ ਆਹਾਰ, ਖਾਣਾ, ਭੋਜਨ, ਪ੍ਰਸ਼ਾਦ ਉਹ ਵੀ ਸੰਤਾਂ ਦੇ ਅੱਗੇ ਉਹਨੇ ਚੜਾਇਆ। ਬੰਧਨ ਕੀਨ ਭਾਉ ਧਰ ਭਾਰੀ। ਇਹ ਸਿੱਖ ਜਿਹੜਾ ਇਹ ਵੇਂਦਾ ਪਿਆ ਹੈ ਤੇ ਬੜੇ ਪ੍ਰੇਮ ਦੇ ਨਾਲ ਸ਼ਰਧਾ ਧਾਰ ਕੇ ਨਮਸਕਾਰ ਕੀਤੀ। ਦੇ ਕਰ ਭੇਟ ਸ਼ਾਹ ਸੋ ਗਇਓ। ਦੇ ਕੇ ਭੇਟਾ ਸ਼ਾਹੂਕਾਰ ਤਾਂ ਮੱਥਾ ਟੇਕ ਕੇ ਚਲੇ ਗਿਆ। ਇੱਕ ਪੰਥੀ ਤਬ ਆਵਤ ਭਇਓ। ਇਹ ਵੇਂਦਾ ਪਿਆ ਸਾਰਾ ਕੁਝ ਬੈਠਾ ਲਾਗੇ। ਇੱਕ ਰਾਹਗੀਰ ਆਇਆ ਹੈ ਉਸ ਸਮੇਂ। ਤਿਹ ਤੇ ਲੀਨ ਉਚਾਏ ਦੁਸ਼ਾਲਾ। ਉਹਨੇ ਕੀ ਕੀਤਾ? ਜਿਹੜਾ ਸੰਤ ਅੱਗੇ ਦਸ਼ਾਲਾ ਪਿਆ ਸੀ ਤੇ ਮਠਿਆਈ ਮਿੱਠਾ ਆਦਿਕ ਪਿਆ ਹੋਊਗਾ, ਉਹਨੇ ਚੁੱਕ ਲਿਆ। ਗਮਨ ਕੀਨ ਆਗਿਆ ਤਤਕਾਲ। ਤੇ ਉਹ ਲੈ ਕੇ ਅੱਗੇ ਤੁਰ ਪਿਆ। ਦੋਹਰਾ ਸੰਤ ਨਾ ਬੋਲਿਓ ਕਛ ਤਬੈ ਜਾਣੈ ਅਬੈ ਸਮਾਨ। ਤਾਂ ਜਦੋਂ ਛੇਤੀ ਛੇਤੀ ਦਸ਼ਾਲਾ ਚੁੱਕ ਕੇ ਅੱਗੇ ਲੰਘ ਗਿਆ ਤਾਂ ਜਿਹੜਾ ਸੰਤ ਸੀ ਨਾ ਬੈਠਾ, ਉਹ ਕਹਿੰਦੇ ਕੁਝ ਵੀ ਨਾ ਬੋਲਿਆ। ਉਹਨੇ ਦੋਵਾਂ ਨੂੰ ਇੱਕ ਬਰਾਬਰ ਹੀ ਸਮਝ ਛੱਡਿਆ। ਦੀਨ ਭਲਾ ਨਹਿ ਭਾਖਿਓ ਲੀਨ ਬੁਰਾ ਨਾ ਬਖਾਨ। ਜਿਹਨੇ ਦਸਾਲਾ ਦਿੱਤਾ ਸੀ, ਮਿੱਠਾ ਚੜਾਇਆ ਸੀ, ਉਹਨੂੰ ਭਲਾ ਨਹੀਂ ਕਿਹਾ, ਤੇ ਜਿਹਨੇ ਚੋਰੀ ਕਰ ਲਿਆ, ਸਭ ਕੁਝ ਚੁੱਕ ਲਿਆ ਅੱਗਿਓਂ, ਉਹਨੂੰ ਬੁਰਾ ਨਹੀਂ ਕਿਹਾ ਸੰਤ ਨੇ। ਆਇਓ ਹਰਖ ਨਾ ਮਨ ਮੈਂ ਕੀਨੋ। ਇਹ ਸਾਧ ਸੰਗ ਜੀ ਅਸਲੀ ਸੰਤ ਹੁੰਦੇ ਆ, ਜਿਹੜੀ ਆਈ ਹੋਈ ਚੀਜ਼ ਦਾ ਹਰਖ ਨਹੀਂ ਕਰਦੇ ਮਨ ਦੇ ਵਿੱਚ।
ਮਾਣ ਨਹੀਂ ਕਰਦੇ ਮਨ ਦੇ ਵਿੱਚ। ਗਇਓ ਜਬੈ ਔਰ ਸ਼ੋਕ ਨਾ ਚੀਨੋ। ਤੇ ਜਦੋਂ ਕੋਈ ਚੀਜ਼ ਚਲੀ ਜਾਵੇ, ਚਲੇ ਤੇ ਸਭ ਨੇ ਹੀ ਜਾਣਾ, ਉਦੋਂ ਰੋਂਦੇ ਨਹੀਂ, ਦੁਖੀ ਨਹੀਂ ਹੁੰਦੇ, ਕਰਲਾਉਂਦੇ ਨਹੀਂ ਹਨ। ਇਹਨਾਂ ਨੂੰ ਅਸਲੀ ਸੰਤ ਕਹਿੰਦੇ ਹਨ। ਆਏ ਦਾ ਹਰਖ ਨਹੀਂ ਤੇ ਗਏ ਦਾ ਜਿਹੜੇ ਸ਼ੋਕ ਨਹੀਂ ਰੱਖਦੇ ਮਨ ਦੇ ਵਿੱਚ। ਸਿੱਖ ਬੈਠਿਓ ਸਭ ਦੇਖ ਤਮਾਸ਼ਾ। ਇੱਕ ਸੰਤ ਹੋਏ ਨੇ ਸਾਧ ਸੰਗਤ ਜੀ, ਸੰਤ ਸੁਰਜਣ ਦਾਸ ਜੀ। ਜਿਵੇਂ ਜਾਪ ਸਾਹਿਬ ਦੇ ਵਿੱਚ ਮਹਾਰਾਜ ਦਾ ਸ਼ਬਦ ਆਉਂਦਾ ਨਾ, ਆਪਣੇ ਨਮਸਤੰਗ 192 ਵੀ ਸੋ ਸ੍ਰੇਸ਼ਟ ਬਨ ਬਣਾਉਣ ਦੇ ਵਿੱਚ ਜਿਹੜਾ ਬੜਾ ਕਾਮਲ ਆ ਪਰਮੇਸ਼ਰ, ਉਹਨੂੰ ਅਸੀਂ ਹੱਥ ਜੋੜ ਕੇ ਮੱਥਾ ਟੇਕਦੇ ਹਾਂ। ਜਿਹੜਾ ਚੋਰਾਂ ਨੂੰ ਵੀ ਸ੍ਰੇਸ਼ਟ ਬਣਾ ਦਿੰਦਾ, ਸਾਧ ਬਣਾ ਦਿੰਦਾ ਹੈ, ਡਾਕੂਆਂ ਨੂੰ ਵੀ ਫਕੀਰ ਬਣਾ ਦਿੰਦਾ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਸ੍ਰੇਸ਼ਟ ਬਣਾਉਂਦਾ ਹੈ, ਜਿਹੜਾ ਜੀਵਨ ਬਦਲ ਦਿੰਦਾ, ਉਹਨੂੰ ਕਹਿੰਦੇ ਅਸੀਂ ਨਮਸਕਾਰ ਕਰਦੇ ਹਾਂ। ਤਾਂ ਜਿਵੇਂ ਮਹਾਰਾਜ ਜੀ ਨੇ, ਕਲਗੀਧਰ ਜੀ ਨੇ ਲਿਖਿਆ ਹੈ, ਨਮੋ ਜੋਗ ਜੋਗੇ, ਨਮੋ ਜੋਗ ਜੋਗੇ। ਨਮੋ ਤੇ ਯੋਗ ਦੇ ਵਿੱਚੋਂ ਐੜਾ ਕੱਢਿਆ, ਨਮੋ ਅਯੋਗ ਯੋਗੇ। ਜਿਹੜੇ ਲੋਕ ਅਯੋਗ ਆ, ਮਹਾ ਮੂਰਖ ਆ, ਬੇਸਮਝਾ, ਜਿਹੜਾ ਉਹਨਾਂ ਨੂੰ ਵੀ ਯੋਗ ਬਣਾ ਦਿੰਦਾ ਹੈ, ਉਹਨੂੰ ਅਸੀਂ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਤਾਂ ਇੱਕ ਮਹਾਂਪੁਰਖ ਹੋਏ ਬੜੇ ਵੱਡੇ ਉਦਾਸੀ ਸੰਤ, ਸੰਤ ਟਹਿਲਦਾਸ ਜੀ। ਉਹਨਾਂ ਨੇ ਭੰਡਾਰਾ ਕਰਨਾ ਸੀ ਸਾਧੂਆਂ ਦਾ, ਬੜੀ ਰਸਤ ਇਕੱਠੀ ਕੀਤੀ ਸਾਧ ਸੰਗਤ ਜੀ। ਘਿਓ, ਮਿੱਠਾ, ਮੈਦਾ, ਬੜਾ ਕੁਝ ਲਿਆ ਕੇ ਰੱਖਿਆ। ਤੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲ ਸਮਾਨ ਬੜਾ ਪਿਆ ਹੈ। ਤਾਂ ਭੰਡਾਰੇ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਹੀ ਉਹ ਰਾਤ ਨੂੰ ਡੇਰਾ ਲੁੱਟਣ ਪੈ ਗਏ। ਸੰਤ ਵੀ ਉੱਠ ਖੜੇ। ਸੰਤ ਕਹਿੰਦੇ, ਭਾਈ ਤੁਸੀਂ ਕੌਣ ਆ ਤੇ ਕੀ ਕਰਦੇ ਪਏ ਆ? ਤਾਂ ਇਹ ਕਹਿਣ ਲੱਗੇ, ਮਹਾਰਾਜ ਜੀ ਵੀ ਅਸੀਂ ਹੁਣ ਇਕੱਲਾ ਸੰਤ ਤੇ ਉਹ ਦੂਸਰੇ ਬੰਨੇ 20-25 ਬੰਦੇ ਹਥਿਆਰਬੰਦ, ਤੇ ਹੰਕਾਰ 'ਚ ਕਿਹਾ ਜੀ ਅਸੀਂ ਡਾਕੂਆਂ ਦੇ ਤੁਹਾਡਾ ਡੇਰਾ ਲੁੱਟਦੇ ਪਏ, ਤੁਹਾਡਾ ਸਮਾਨ ਲੁੱਟਦੇ ਪਏ ਆ। ਸੰਤ ਹੱਸ ਪਏ। ਸੰਤ ਕਹਿੰਦੇ, ਚੰਗਾ ਭਾਈ, ਚੰਗਾ ਕੀਤਾ ਤੁਸੀਂ ਲੁੱਟ ਲਿਆ, ਅਸੀਂ ਵੀ ਲੁਟਾ ਹੀ ਦੇਣਾ ਸੀ, ਅਸੀਂ ਵੀ ਸਾਧਾਂ ਨੂੰ ਖਵਾ ਹੀ ਦੇਣਾ। ਐਸੇ ਐਸੇ ਮਹਾਤਮਾ ਦੇਖ ਲਓ ਦੁਨੀਆ ਤੇ ਹੋਏ। ਆਏ ਦਾ ਹਰਖ ਨਹੀਂ ਆ, ਗਏ ਦਾ ਸ਼ੋਕ ਨਹੀਂ ਆ। ਤਾਂ ਮਹਾਰਾਜ ਜੀ ਕਹਿੰਦੇ ਇਹ ਅਸਲੀ ਸਾਧੂ ਹੁੰਦੇ ਹਨ। ਸਿੱਖ ਬੈਠਿਓ ਸਭ ਦੇਖ ਤਮਾਸ਼ਾ। ਤਾਂ ਸਿੱਖ ਬੈਠਾ ਤਮਾਸ਼ਾ ਦੇਖਦਾ ਹੈ। ਉੱਠ ਚਲਿਓ ਹੇਤ ਪ੍ਰਭ ਪਾਸਾ। ਤੇ ਦੇਖ ਕੇ ਸੰਤ ਦਾ ਸੁਭਾਅ ਫਿਰ ਮਹਾਰਾਜ ਜੀ ਕੋਲ ਤੁਰ ਪਿਆ। ਪੰਥ ਚਲਤ ਭਾ ਸੰਧਿਆ ਕੱਲ। ਤੁਰਦਿਆਂ ਤੁਰਦਿਆਂ ਸ਼ਾਮ ਹੋ ਗਈ। ਨਿਤ ਨਾ ਗ੍ਰਾਮ ਉਜਾੜ ਬਸਾਲਾ। ਲਾਗੇ ਕੋਈ ਪਿੰਡ ਨਹੀਂ ਆ, ਬੀਆਬਾਨ ਜੰਗਲ ਉਜਾੜ ਹੈ। ਕਰੇ ਬਿਰਖ ਕੈ ਕੀਨੋ ਡੇਰਾ। ਬੜੀ ਵੱਡੀ ਉਜਾੜ ਸੀ। ਰਾਤ ਪੈ ਗਈ, ਹਨੇਰਾ ਹੋ ਗਿਆ ਤੇ ਦਰਖਤ ਥੱਲੇ ਡੇਰਾ ਲਾ ਲਿਆ। ਠੱਗ ਨਰ ਨਾਰੀ ਤਹਾਂ ਬਸੇਰਾ। ਹੁਣ ਆ ਜਿਹੜੀ ਘਟਨਾ ਵਾ, ਇਹਨੂੰ ਵੀ ਸਿੱਖਿਆ ਲਿਓ, ਇਹ ਤੋਂ ਸਮਝਣ ਦਾ ਯਤਨ ਕਰਿਓ। ਤਾਂ ਕਹਿੰਦੇ ਉਸ ਦਰਖਤ ਉੱਤੇ ਖੱਗ, ਖੱਗ ਕਹਿ ਦਿੰਦੇ ਪੰਛੀ, ਇੱਕ ਪੰਛੀ ਨਰ ਤੇ ਦੂਜਾ ਪੰਛੀ ਮਾਦਾ ਨਾਰੀ, ਇਹ ਦੋਵਾਂ ਦਾ ਜੋੜਾ ਰਹਿੰਦਾ ਸੀ ਉੱਥੇ। ਚਾਰ ਘਟੀ ਬੀਤੀ ਜਬ ਰਹਿਣਾ। 4 ਘੜੀਆਂ ਜਦੋਂ ਰਾਤ ਬਤੀਤ ਹੋਈ। ਪੰਖਨ ਪੰਖੀ ਸੋ ਕਹਿ ਬਹਿਨਾ। ਤੇ ਉਹ ਜਿਹੜੀ ਆਪਣੇ ਪੰਖਨੀ ਸੀ, ਉਹ ਪੰਛੀ ਨੂੰ, ਆਪਣੇ ਘਰ ਵਾਲੇ ਨੂੰ ਇਹ ਬਚਨ ਕਹਿੰਦੀ ਹੈ, ਆਇਓ ਥਿਤ ਹਮਾਰ ਅਗਾਰਾ। ਵੀ ਸਾਡੇ ਘਰ, ਭਾਵ ਸਾਡੇ ਦਰਖਤ ਦੇ ਥੱਲੇ ਪ੍ਰਾਹੁਣਾ ਆਇਆ ਹੈ ਕੋਈ। ਇਸਕੋ ਦੇਨੋ ਬਨੈ ਆਹਾਰਾ। ਤੇ ਜਿਹੜੇ ਘਰ ਪ੍ਰਾਹੁਣਾ ਆਵੇ ਉਹਨੂੰ ਪ੍ਰਸ਼ਾਦਾ ਛਕਾਉਣਾ ਬਣਦਾ, ਇਹ ਗ੍ਰਸਤੀ ਦਾ ਧਰਮ ਹੈ। ਅਸ ਕਹਿ ਪੁਰਕੋ ਲੀਨ ਉਡਾਰੀ। ਇਦਾਂ ਕਹਿ ਕੇ ਉਹ ਉੱਡ ਗਈ, ਕਹਿੰਦੇ ਪਿੰਡ ਵੱਲ ਨੂੰ। ਆਨੀ ਅਗਨੀ ਚੁੰਚ ਮਝਾਰੀ। ਆਪਣੀ ਚੁੰਝ ਦੇ ਵਿੱਚ ਉਹਨੇ ਅੱਗ ਫੜੀ ਹੋਈ ਹੈ। ਕਈ ਸਿੱਖ ਕੋ ਤਤਛਿਨ ਲਾਏ। ਤੇ ਉਹ ਜਿੱਥੇ ਬੈਠਾ ਸੀ ਥੱਲੇ ਉਹਦੇ ਅੱਗੇ ਸੁੱਟ ਦਿੱਤੀ। ਉਹਨੇ ਕੱਖ ਆਪਣੇ ਉਸੇ ਵੇਲੇ ਫੜ ਲਈ ਅੱਗ। ਤ੍ਰਿਣ ਚੁਣ
ਪੰਖੀ ਕਰ ਇਕ ਠਾਏ। ਤੇ ਤੀਲੇ ਚੁਣ ਕੇ ਆਦਿਕ ਸਾਰੇ ਇਕੱਠੇ ਕਰਕੇ ਇੱਕ ਥਾਂ ਤੇ ਅਗਨ ਜਗਾਈ ਸਿੱਖਨੇ ਜਬ ਹੀ। ਉਹਨੇ ਅੱਗ ਬਾਲ ਲਈ। ਕਹਿੰਦੇ ਆਪਣਾ ਆਲਣਾ ਹੀ ਉਹਦੇ 'ਚ ਸੁੱਟ ਦਿੱਤਾ। ਉਹਨਾਂ ਅੱਗ ਬਾਲ ਲਈ ਤੇ ਫਿਰ ਸੋਚੀ ਪੈ ਗਏ ਵੀ ਹੁਣ ਅੱਗ ਤੇ ਚਲੋ ਬਲ ਪਈ, ਯਾਤਰੂ ਵਾਸਤੇ ਅੱਗ ਹੀ ਬੜੀ ਵੱਡੀ ਸ਼ੈ ਹੈ, ਹੁਣ ਕਰੀਏ ਕੀ, ਇਹਦਾ ਖਾਣ ਦਾ ਕੀ ਕਰੀਏ। ਤਾਂ ਉੱਥੇ ਇਹ ਇਤਿਹਾਸ ਵਿੱਚ ਭਾਈ ਸਾਹਿਬ ਨੇ ਅੰਕਿਤ ਕੀਤਾ, ਦੱਸਦੇ ਹਨ ਗਿਰ ਕੈ ਪਰੀ ਬਹੰਗਨ ਤਬ ਹੀ। ਉਹ ਜਿਹੜਾ ਆਪਣੇ ਨਾਰੀ ਸੀ, ਪਕਸ਼ਣੀ ਸੀ, ਉਹਨੇ ਆਪਣੇ ਆਪ ਨੂੰ ਅੱਗ ਦੇ ਵਿੱਚ ਸੁੱਟ ਦਿੱਤਾ। ਇਸ ਪਛਾਤ ਬਹੰਗ ਗਿਰ ਪਰਿਓ। ਤੇ ਉਹਦੇ ਬਾਅਦ ਜਿਹੜਾ ਪੰਛੀ ਸੀ ਉਹ ਵੀ ਅੱਗ ਦੇ ਵਿੱਚ ਡਿੱਗ ਪਿਆ ਆਪ। ਉਤੋਂ ਭੂਖ ਯੁੱਧ ਭੋਜਨ ਕਰਿਓ। ਇਹ ਜਿਹੜਾ ਦੁਨਿਆਵੀ ਬੰਦਾ ਜਿਹਨੂੰ ਇੰਨੀ ਸਮਝ ਨਹੀਂ ਸੀ, ਅਜੇ ਕਹਿੰਦਾ ਸੀ ਮੈਂ ਸਿੱਖ ਬਣਨਾ ਵਾਂ, ਸਾਧ ਬਣਨਾ ਵਾਂ, ਤੇ ਜਿਹਨੂੰ ਇੰਨੀ ਸਮਝ ਨਹੀਂ ਸੀ ਵੀ ਪੰਛੀ ਡਿੱਗ ਪਏ ਆ, ਆਪਣਾ ਆਪ ਵਾਰ ਗਏ ਤੇ ਭੁੱਖ ਦੇ ਪਿੱਛੇ ਲੱਗਾ, ਉਹਨਾਂ ਨੂੰ ਹੀ ਖਾ ਗਿਆ। ਆਖੋ ਸਤਿਨਾਮ। ਅਜੇ ਕਹਿੰਦਾ ਮੈਂ ਸਾਧ ਬਣਦਾ ਵਾਂ, ਅਜੇ ਕਹਿੰਦਾ ਮੈਂ ਸਿੱਖ ਬਣਦਾ ਵਾਂ। ਤੇ ਗ੍ਰਸਤੀ ਦੀ ਤੇ ਗੱਲ ਚੱਲਦੀ ਪਈ ਆ, ਗ੍ਰਸਤੀ ਬਣਨਾ ਹੈ ਤਾਂ ਜ਼ਬਾਨ ਦੇ ਰਾਸ ਦੇ ਪਿੱਛੇ ਲੱਗਾ, ਉਹਨਾਂ ਨੂੰ ਚੁੱਕ ਕੇ ਖਾ ਗਿਆ। ਪੂਰਵ ਜਨਮ ਪੰਖ ਧਰ ਜੋਏ। ਕਹਿੰਦੇ ਪਿਛਲੇ ਜਨਮ ਦੇ ਧਰਮੀ ਸਨ, ਕਿਸੇ ਗਲਤੀ ਕਰਕੇ ਪੰਛੀ ਬਣ ਗਏ। ਗੁਰ ਕੇ ਸਿੱਖ ਸਿੱਖਣੀ ਸੋਏ। ਇਹ ਤਾਂ ਗੁਰਾਂ ਦੇ ਸਿੱਖ ਸਿੱਖਣੀ ਸਨ। ਕਿਸੂ ਦੋਸ਼ ਤੇ ਖਗ ਤਨ ਪਾਇਓ। ਕਿਸੇ ਦੋਸ਼ ਕਰਕੇ ਪੰਛੀਆਂ ਵਾਲਾ ਸਰੀਰ ਧਾਰਨ ਕੀਤਾ। ਪਰ ਉਪਕਾਰ ਹੇਤ ਛੁਟਕਾਇਓ। ਪਰ ਜਦੋਂ ਪਰਉਪਕਾਰ ਕਰਤਾ ਤੇ ਉਸੇ ਵੇਲੇ ਹੀ ਜੰਮਣ ਮਰਨ ਤੋਂ ਮੁਕਤ ਹੋ ਗਏ। ਦੋਹਰਾ ਸ੍ਰੀ ਪ੍ਰਭ ਤਿਨ ਕੋ ਗਤ ਗਈ, ਹੋਰ ਭਈ ਜਬ ਆਏ। ਤਾਂ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ, ਸਤਿਗੁਰੂ ਜੀ ਤਾਂ ਜਾਣੀ ਜਾਣ ਸੀ, ਮਹਾਰਾਜ ਨੇ ਮੁਕਤ ਕੀਤੇ, ਪ੍ਰਭੂ ਪਰਮੇਸ਼ਰ ਨੇ। ਇੱਧਰ ਸਵੇਰ ਹੋਈ ਤੇ ਇਹ ਵੀ ਆ ਗਿਆ ਕਰਤਾਰਪੁਰ ਸਾਹਿਬ। ਸਭ ਵਿਦ ਅਚਰਜ ਦੇਖ ਕੇ ਚਲਿਓ ਪੰਥ ਤਬ ਧਾਏ। ਤਾਂ ਬਹੁਤ ਹੈਰਾਨ ਹੁੰਦਾ ਵੀ ਇਹ ਕਿੱਦਾਂ ਦੀਆਂ ਘਟਨਾ ਹੁੰਦੀਆਂ ਹਨ, ਤੇ ਤੁਰਿਆ ਜਾਂਦਾ ਰਾਹ ਤੇ। ਜਾਓ ਪਈ ਪਹੁੰਚੋ ਪੁਰ ਕਰਤਾਰ ਮਝਾਰੀ। ਕਰਤਾਰਪੁਰ ਸਾਹਿਬ ਪਹੁੰਚ ਗਿਆ ਹੈ। ਸਰਬ ਦਰਬ ਧਰ ਗੁਰ ਆਘਾਰੀ। ਜਿਹੜਾ 200 ਰੁਪਈਆ ਸੇਵਾ ਦਾ ਲਿਆਇਆ ਸੀ ਤੇ 50 ਜਿਹੜੇ ਸਿੱਖ ਨੇ ਦਿੱਤੇ ਸੀ, ਉਹ ਵੀ ਸ਼ਰਧਾ ਧਾਰ ਕੇ ਅੱਗੇ ਰੱਖ ਗਿਆ। ਹੱਥ ਜੋੜ ਕੇ ਬੰਧਨ ਕੀਨੀ। ਤੇ ਹੱਥ ਜੋੜ ਕੇ ਬੇਨਤੀ ਕਰਦਾ ਹੈ, ਜੇਨ ਉਪਦੇਸ਼ ਜਾਸ ਮਤ ਭੀਨੀ। ਮਹਾਰਾਜ ਹੁਣ ਮੈਨੂੰ ਉਪਦੇਸ਼ ਦਿਓ, ਸਿੱਖ ਬਣਾ, ਸਾਧ ਬਣਾ ਕੇ ਗ੍ਰਸਤੀ ਬਣਾ। ਬੋਲੇ ਪ੍ਰਭੂ ਨਿਸ਼ਾ ਤਬ ਹੋਈ। ਜਿਹਦੀ ਮੱਤ ਉਪਦੇਸ਼ ਲੈਣ ਦੇ ਵਿੱਚ ਭਿੱਜੀ ਸੀ, ਤਾਂ ਮਹਾਰਾਜ ਜੀ ਪ੍ਰਭੂ ਜੀ ਬੋਲੇ ਕਿ ਭਾਈ ਤੇਰੀ ਤਸੱਲੀ ਹੋਈ, ਖਾਤਰ ਹੋਈ ਕਿ ਨਹੀਂ ਹੋਈ। ਪ੍ਰਥਮ ਆਏ ਕੈ ਬੁਝਿਓ ਜੋਈ। ਜਿਹੜਾ ਪਹਿਲਾਂ ਮੇਰੇ ਤੋਂ ਪੁੱਛਦਾ ਸੀ ਪ੍ਰਸ਼ਨ, ਕਹੇ ਸਿੱਖ ਮੈਂ ਕਛੂ ਨਾ ਜਾਣੋ। ਸਿੱਖ ਕਹਿੰਦਾ ਜੀ ਮੈਨੂੰ ਤਾਂ ਨਹੀਂ ਕੁਝ ਪਤਾ। ਸਮਝਾਵੋ ਆਪ ਕਰੋ ਬਖਾਨੋ। ਜੇ ਤੁਸੀਂ ਸਮਝਾ ਦਿਓ ਕਿਰਪਾ ਕਰਕੇ, ਕਥਨ ਕਰਕੇ, ਤੇ ਮੈਂ ਜਾਣ ਲਵਾਂ। ਦੋਹਰਾ ਸ੍ਰੀ ਪ੍ਰਭ ਬੋਲੇ ਸਿੱਖ ਤੈ ਜੈਸੋ ਦੇਖਿਓ ਜਾਏ। ਮਹਾਰਾਜ ਕਹਿੰਦੇ ਭਾਈ ਜੇ ਸਿੱਖ ਬਣਨਾ ਤੇ ਸਿੱਖ ਤੈਨੂੰ ਕਹਿੰਦੇ ਅਸੀਂ ਦਿਖਾ ਦਿੱਤਾ ਹੈ। ਜਿੱਦਾਂ ਦਾ ਤੂੰ ਸਿੱਖ ਦੇਖਿਆ ਵਾ ਨਾ, ਜੇ ਬਣਨਾ ਤੇ ਇਦਾਂ ਦਾ ਬਣ। ਫਿਰ ਗੁਰ ਕੋ ਸਰਬਸ ਜਾਣ ਕੈ ਸੁਤਾ ਵੇਚ ਧਨ ਲਿਆਏ। ਵੇਖ ਲਾ ਗੁਰੂ ਦਾ ਤਨ ਮਨ ਧਨ, ਇੱਥੋਂ ਤੱਕ ਆਪਣੀ ਲੜਕੀ ਵੀ ਵੇਚ ਕੇ ਪੈਸਾ ਲੈ ਆਇਆ। ਇੰਨਾ ਗੁਰੂ ਦਾ ਪ੍ਰੇਮ ਰੱਖਦੇ ਹਨ, ਗੁਰੂ ਦੇ ਉੱਤੋਂ ਆਪਣਾ ਸਭ ਕੁਝ ਵਾਰ ਛੱਡਦੇ ਨੇ। ਜੇ ਸਿੱਖ ਬਣਨਾ ਤੇ ਇਦਾਂ ਦੇ ਬਣੋ। ਚਾਉ ਪਈ ਸਿੱਖ ਹੋਣ ਜੇ ਮਨ ਲਲਚਾਵੇ। ਕਹਿੰਦੇ ਜੇ ਮਨ ਲਲਚਾਉਂਦਾ ਸਿੱਖ ਹੋਣ ਵਾਸਤੇ, ਇਸ ਸਮ ਬਨਹੁ ਪਰਮਗਤ ਪਾਵੇ। ਫਿਰ ਉਦਾਂ ਦਾ ਬਣੀ, ਫੇਰ ਪਰਮਗਤੀ ਮਿਲੇਗੀ ਤੈਨੂੰ। ਜੇ ਤੂੰ ਚਾਹਤ ਕਰਨ ਫਕੀਰੀ। ਤੇ ਸਾਧ ਸੰਗਤ ਜੀ ਫਿਰ ਕਿਹੜਾ ਬਣੂਗਾ ਇਦਾਂ ਦਾ? ਇਦਾਂ ਦਾ ਤੇ ਮਹਾਰਾਜ ਜੀ ਕਿਸੇ ਨੂੰ ਬਣਾਵੇ ਉਹ ਬਣੂਗਾ। ਇਦਾਂ ਦਾ ਸਿੱਖ ਕਿਹੜਾ ਬਣੂਗਾ ਵੀ ਜਿਹੜਾ ਪਰਿਵਾਰ ਵੀ ਵਾਰ ਕੇ ਗੁਰੂ ਦੀ ਸੇਵਾ ਕਰੇ? ਤਾਂ ਉਸੇ ਵੇਲੇ ਹੱਥ ਜੁੜ ਕੇ ਵੀ ਇਦਾਂ ਦਾ ਨਹੀਂ ਬਣਿਆ ਜਾਣਾ। ਮੈਂ ਤੇ ਸੋਚਿਆ ਸੀ ਮਹਾਰਾਜ ਮਾੜਾ ਮੋਟਾ ਬਣ ਛੱਡਾਂਗੇ,
ਤਾਂ ਕਹਿੰਦੇ ਇਦਾਂ ਦਾ ਤਾਂ ਨਹੀਂ ਬਣਿਆ ਜਾਣਾ। ਫਿਰ ਕਹਿੰਦਾ ਸੀ ਮੈਂ ਸਾਧ ਬਣਨਾ। ਅੱਜ ਕੱਲ੍ਹ ਵੀ ਕਹਿੰਦੇ ਨਾ ਵੀ ਸਾਧ ਬਣਨਾ, ਸੰਤ ਬਣਨਾ ਹੈ। ਤਾਂ ਅੱਜ ਕੱਲ੍ਹ ਤੇ ਚਲੋ ਗੱਲ ਹੋਰ ਆ, ਪਰ ਵੇਖ ਲਓ ਵੀ ਇੱਕ ਘਰ ਵਾਲਾ ਤੇ ਦੂਜੀ ਘਰ ਵਾਲੀ, ਇੱਕ ਅੱਧਾ ਨਿਆਣਾ ਜਾਂ ਦੋ ਨਿਆਣੇ, ਜੇ ਪਹਿਲੀ ਵਾਰੀ ਮੁੰਡਾ ਡਿੱਗ ਪਿਆ ਫਿਰ ਤੇ ਦੂਜਾ ਜੰਮਣਾ ਹੀ ਨਹੀਂ ਨਾ। ਤੇ ਤਿੰਨ ਜਾਂ ਵੱਧ ਤੋਂ ਵੱਧ ਚਾਰ, ਫਿਰ ਕਹਿੰਦੇ ਸਿੱਖਾਂ ਦੀ ਗਿਣਤੀ ਘਟਦੀ ਹੈ। 4 ਜਾਣੇ ਤੇ 4 ਜਾਣਿਆਂ ਨੂੰ ਪਾਲਣਾ ਕਿੰਨਾ ਔਖਾ ਹੋ ਜਾਂਦਾ ਅੱਜ ਦੇ ਸਮੇਂ ਦੇ ਵਿੱਚ। ਤੇ ਜਿਨ੍ਹਾਂ ਨੂੰ ਸੰਤ ਸਾਧ ਕਹਿ ਕੇ ਜਿਨ੍ਹਾਂ ਦੀ ਨਿੰਦਿਆ ਕਰਦੇ ਆ, ਉਹ ਹਰ ਰੋਜ਼ ਲੰਗਰ ਚਲਾਉਂਦੇ ਆ। ਆਪਾਂ ਤੇ ਇੱਕ ਟੱਬਰ ਦੇ ਮੋਹ 'ਚ ਫਸੇ ਨਾ, ਛੋਟੇ ਗ੍ਰਸਤੀ ਆ, ਪਰ ਜਿਹੜੇ ਸੰਤ ਆ ਇਹ ਵੱਡੇ ਗ੍ਰਸਤੀ ਆ, ਜਿਨ੍ਹਾਂ ਸਾਰੇ ਸਿੱਖ ਧਰਮ ਨੂੰ ਹੀ ਆਪਣਾ ਪਰਿਵਾਰ ਸਮਝਿਆ ਹੈ। ਸਾਰੇ ਸਿੱਖ ਧਰਮ ਦੀ ਹੀ ਸੇਵਾ ਕਰਦੇ ਹਨ। ਤਾਂ ਇਸ ਕਰਕੇ ਸਾਧ ਸੰਗਤ ਜੀ, ਇਹ ਕੋਈ ਨਿੱਕੀਆਂ ਗੱਲਾਂ ਨਹੀਂ। ਫਕੀਰੀ ਕਰਨੀ, ਸੰਤਗਿਰੀ ਕਰਨੀ, ਸਾਧਪੁਣਾ ਕਰਨਾ, ਜਿਹੜੀ ਅਸਲੀ ਫਕੀਰੀ ਆ, ਸਾਧਪੁਣਾ, ਉਹ ਤਾਂ ਬਹੁਤ ਔਖਾ ਹੈ। ਤੇ ਜਿਹੜੀ ਸੁੱਖ ਲੈਣ ਵਾਲੀ ਅੱਜ ਕੱਲ੍ਹ ਬਣੀ ਫਿਰਦੀ ਹੈ, ਉਹ ਤੇ ਬਾਅਦ ਦੇ ਵਿੱਚ ਐਵੇਂ ਲੇਖਾ ਦੇਣ ਵਾਲੀ ਗੱਲ ਹੀ ਬਣੂਗੀ। ਜਿਵੇਂ ਮਹਾਰਾਜ ਜੀ ਭਗਤ ਕਬੀਰ ਸਾਹਿਬ ਕਹਿੰਦੇ ਨਾ ਵੀ ਹੁਣ ਤੇ ਤੂੰ ਭਜਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇ ਫਿਰ ਬਲਦ ਬਣਨਾ ਪਊਗਾ, ਤੇ ਵਗਣਾ ਪਊਗਾ, ਡੰਡੇ ਖਾਣੇ ਪੈਣਗੇ, ਤੇ ਲੇਖਾ ਦੇਣਾ ਪਊ ਜਿਨ੍ਹਾਂ ਦਾ ਖਾਂਦਾ ਰਿਹਾ ਹੈ। ਪਰ ਅਸਲੀ ਜਿਹੜੀ ਫਕੀਰੀ ਇਹ ਕਰਨੀ ਬੜੀ ਕਠਿਨ ਹੈ। ਤਾਂ ਮਹਾਰਾਜ ਕਹਿੰਦੇ ਜੇ ਫਕੀਰ ਬਣਨਾ ਭਾਈ ਸੱਜਣਾ, ਤੇ ਫਿਰ ਇਦਾਂ ਕਰ, ਜੇ ਤੂੰ ਚਾਹਤ ਕਰਨ ਫਕੀਰੀ, ਜੇ ਫਕੀਰੀ ਕਰਨੀ ਚਾਹੁੰਦਾ ਹੈ, ਉਰਤੇ ਤਜਹੋ ਹਰਖ ਦਲਗੀਰੀ, ਤਾਂ ਆਪਣੇ ਦਿਲ ਦੇ ਵਿੱਚੋਂ ਫਿਰ ਹਰਖ, ਖੁਸ਼ੀ ਤੇ ਦਲਗੀਰੀ, ਗਮੀ ਕੱਢਦੇ। ਫਿਰ ਪੰਥ ਵਿਖੈ ਦੇਖਿਓ ਸੰਤ ਜੈਸਾ, ਕਹਿੰਦੇ ਰਾਹ 'ਚ ਸੰਤ ਦੇਖਿਆ ਸੀ ਕਿ ਨਹੀਂ? ਕਹਿੰਦਾ ਜੀ ਦੇਖਿਆ ਸੀ। ਕਰ ਸਮਾਨ ਬਿਰਤੀ ਹੋਇ ਤੈਸਾ, ਉਦਾਂ ਜਿਵੇਂ ਉਸ ਸੰਤ ਦਾ ਚਿੱਤ ਨਹੀਂ ਨਾ ਘਬਰਾਇਆ, ਨਾ ਆਉਣ ਤੇ ਨਾ ਜਾਣ ਤੇ, ਇਦਾਂ ਜੇ ਚਿੱਤ ਦੀ ਬਿਰਤੀ ਸਮਾਨ ਰੱਖੇਗਾ ਫੇਰ ਸਾਧ ਬਣੇਗਾ। ਆਏ ਪਦਾਰਥ ਹਰਖ ਨ ਕੀਨਾ, ਵੇਖ ਲੋ ਕੈਸਾ ਉਹ ਸੰਤ ਸੀ, ਆਈ ਚੀਜ਼ ਦਾ ਜਿਹਨੇ ਹਰਖ ਨਹੀਂ ਕੀਤਾ। ਗਇਓ ਪਾਸ ਤੇ ਸ਼ੋਕ ਨਾ ਕੀਨਾ, ਤੇ ਜਿਹੜੀ ਚੀਜ਼ ਚਲੇ ਗਈ ਕੋਲੋਂ ਉਹਦਾ ਦੁੱਖ ਨਾ ਮਨਾਇਆ। ਗ੍ਰਸਤ ਧਰਮ ਚਾਹਤ ਜੇ ਕਰਨਾ, ਤੇ ਜੇ ਤੂੰ ਗ੍ਰਸਤੀ ਬਣਨਾ ਚਾਹੁੰਦਾ ਤੇ ਫਿਰ ਸੁਣ, ਤਉ ਪੰਖੀ ਜਿਉ ਕਰਹੁ ਅਚਰਨਾ, ਜਿਵੇਂ ਤੈਨੂੰ ਪੰਖੀਆਂ ਦੀ ਉਦਾਹਰਣ ਦਿਖਾਈ, ਦ੍ਰਿਸ਼ਟਾਂਤ ਦਿਖਾਇਆ, ਫਿਰ ਇਦਾਂ ਦਾ ਜੀਵਨ ਬਣਾ ਆਪਣਾ। ਏਤ ਅਤਿਥੀ ਕੇ ਦੁੱਖ ਨਾ ਵਿਚਰਿਓ, ਜੇ ਘਰ ਦੇ ਵਿੱਚ ਕੋਈ ਅਤਿਥੀ ਆ ਜੇ, ਸਾਧੂ ਆ ਜੇ, ਤੇ ਦੁੱਖ ਦੀ ਵਿਚਾਰ ਨਹੀਂ ਕਰਨੀ। ਛਿਨ ਮਹਿ ਨਿਜ ਸਰੀਰ ਪਰ ਹਰਿਓ, ਉਹਨਾਂ ਪਾਸ ਹੈ ਕੀ ਸੀ? ਸਰੀਰ ਸੀ। ਉਹਨਾਂ ਸਰੀਰ ਵਾਰਤਾ ਤੇ ਆਪਣੇ ਪਾਸ ਜੋ ਵੀ ਹੈ ਉਹਦੇ ਨਾਲ ਉਹਦੀ ਸੇਵਾ ਕਰਨੀ ਚਾਹੀਦੀ ਹੈ। ਤਿੰਨੋਂ ਇਹ ਵਿਚਾਰੀਏ ਨੀਕੀ, ਜੇ ਕੋਈ ਕਵੇ ਜੀ ਇਹ ਕਿੱਥੇ ਲਿਖਿਆ, ਤਾਂ ਬਾਣੀ ਵਿੱਚ ਲਿਖਿਆ ਹੈ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਐਸਾ ਪੁੰਨ ਦਾਨ ਗ੍ਰਸਤੀ ਨੂੰ ਕਮਾਉਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਤਿੰਨਾਂ ਦੀ ਵਿਚਾਰ ਕਰ ਚੰਗੀ ਤਰ੍ਹਾਂ, ਕਰਹੁ ਆਪ ਜਿਉ ਸ਼ਰਧਾ ਜੀ ਕੀ, ਤੇ ਫਿਰ ਮਹਾਰਾਜ ਕਹਿੰਦੇ ਹੁਣ ਫਿਰ ਤੂੰ ਕਰ ਲਾ, ਜਿੱਤੇ ਵੀ ਤੇਰੀ ਸ਼ਰਧਾ ਵਾ ਉਹ ਹੀ ਕੰਮ ਕਰ ਲਾ ਤਿੰਨਾਂ ਵਿੱਚੋਂ। ਸੁਣ ਕੇ ਸਿੱਖ ਧੀਰਜ ਧਰਨੇ, ਤਾਂ ਉਹ ਜਿਹੜਾ ਪੁਰਸ਼ ਸੀ ਅਜੇ ਸਿੱਖ ਨਹੀਂ ਸੀ ਬਣਿਆ। ਸਾਧ ਸੰਗਤ ਜੀ, ਇੱਥੇ ਸਧਾਰਨ ਤੌਰ ਤੇ ਸਿੱਖ ਸ਼ਬਦ ਆ ਰਿਹਾ ਹੈ। ਜਿਵੇਂ ਹਰੇਕ ਨੂੰ ਬਾਹਮਣਾ ਘਰ ਜੰਮਿਆ ਬਾਹਮਣ ਕਹਿ ਹੀ ਦਿੰਦੇ ਆ, ਤੇ ਸਿੱਖਾਂ ਘਰ ਜੰਮੇ ਸਿੱਖ ਭਾਵੇਂ ਸ਼ਰਾਬ। ਤਾਂ ਮਹਾਰਾਜ ਜੀ ਉਹ ਜਿਹੜਾ ਸੀ ਨਾ ਦੁਨਿਆਵੀ ਪੁਰਸ਼, ਸਧਾਰਨ ਤੌਰ ਤੇ ਜਿਹਨੂੰ ਇੱਥੇ ਸਿੱਖ ਕਿਹਾ ਜਾ ਰਿਹਾ ਹੈ, ਅਧੀਰਜ ਧਰਨੇ, ਉਹਨੇ ਫਿਰ ਆਪਣੀ ਜਿਹੜੀ ਆਸ ਸਮਰੱਥਾ ਸੀ ਨਾ ਉਹ ਜਣਾ ਦਿੱਤੀ। ਉਹ ਘਬਰਾ ਗਿਆ ਵਿਚਾਰਾ, ਉਹਨੂੰ ਪਤਾ ਨਾ ਲੱਗੇ ਵੀ ਕੀ ਕਰਾਂ ਹੁਣ, ਮੈਂ ਕੀ ਜਵਾਬ ਦੇਵਾਂ ਇਹਨਾਂ ਨੂੰ। ਕਹਿ ਤੂੰ ਭਇਓ ਸਮਰੱਥ ਨਾ ਕਰਨੇ, ਤੇ ਮਨ ਦੇ ਵਿੱਚ ਸੋਚਦਾ ਵੀ ਇਸ ਹਿਸਾਬ ਨਾਲ ਤੇ ਆਪਾਂ ਤਿੰਨਾਂ ਕੰਮਾਂ ਚੋਂ ਨਹੀਂ ਕਰ ਸਕਦੇ। ਹੱਥ ਜੋੜ ਕੇ ਬਚਨ ਬਖਾਨੇ, ਤਾਂ ਹੱਥ ਜੋੜ ਕੇ ਫਿਰ ਮਹਾਰਾਜ ਅੱਗੇ, ਜਦੋਂ ਮਹਾਰਾਜ ਜੀ ਨੇ ਇਹ ਅਸਲ ਜਿਹੜੀ ਸਾਖੀ ਆ ਨਾ, ਇਹ ਤਾਂ ਇੱਥੇ ਲਿਖੀ ਆ ਵੀ ਜਿਹੜਾ ਵੀ ਆਉਂਦਾ ਨਾ ਉਹ ਕਹਿੰਦਾ ਸਿੱਧਾ ਰੱਬ ਨੂੰ ਮਿਲਾਓ।
ਸਿੱਧਾ ਸੰਤ ਹੀ ਬਣਨਾ ਚਾਹੁੰਦਾ ਵਾ। ਇਹ ਤਾਂ ਇੱਥੇ ਅੰਕਿਤ ਕੀਤੀ ਵੀ ਸਿੱਧਾ ਬ੍ਰਹਮ ਗਿਆਨੀ ਬਣਨਾ ਚਾਹੁੰਦਾ, ਅਵਸਥਾ ਲੈਣਾ ਚਾਹੁੰਦਾ। ਇਹ ਸਾਖੀ ਤਾਂ ਅੰਕਿਤ ਕੀਤੀ ਵੀ ਸੇਵਾ ਤੋਂ ਸ਼ੁਰੂ ਹੋ। ਸਿੱਧਾ ਹੀ ਕਹਿੰਦਾ ਸਿੱਖ ਬਣਨਾ, ਮੈਂ ਬਣਾਵਾਂਗਾ, ਮੈਨੂੰ ਮੈਂ ਸੰਤ ਬਣਨਾ ਹੈ, ਮੈਂ ਗ੍ਰਸਤੀ। ਚਲੋ ਗ੍ਰਸਤੀ ਵਿਆਹ ਕਰਾਉਣੇ ਸੌਖੇ ਆ, ਨਿਵਾਹ ਕਰਨੇ ਬਾਅਦ 'ਚ ਔਖੇ ਹੋ ਜਾਂਦੇ ਹਨ। ਤਾਂ ਇਸ ਕਰਕੇ ਸਾਧ ਸੰਗਤ ਜੀ ਇੱਥੇ ਮਹਾਰਾਜ ਨੇ ਤਿੰਨੇ ਗੱਲਾਂ ਦਾ ਨਿਚੋੜ ਕੱਢਿਆ। ਇਹ ਕਿਉਂ ਲਿਖੀ ਆ ਇੱਥੇ ਵੀ ਮਨ ਨੂੰ ਨੀਵਾਂ ਕਰਕੇ ਸੇਵਾ ਤੋਂ ਸ਼ੁਰੂ ਕਰੋ, ਸੇਵਾ ਤੋਂ ਸ਼ੁਰੂ ਕਰੋ, ਭਾਂਡੇ ਮਾਂਜਣ ਤੋਂ, ਜੋੜੇ ਝਾੜਨ ਤੋਂ ਸ਼ੁਰੂ ਕਰੋ। ਸਿੱਧਾ ਨਾ ਕਹੋ ਵੀ ਮੈਂ ਸਿੱਖ ਬਣਨਾ ਤੇ ਮੈਂ ਸੰਤ ਬਣ ਗਿਆ ਹਾਂ। ਇਹ ਤੀਨੋਂ ਦੁਸਤਰ ਮੈਂ ਜਾਣੇ। ਤਾਂ ਫਿਰ ਜਦੋਂ ਮਨ ਨੀਵਾ ਹੋ ਗਿਆ, ਫਿਰ ਹੱਥ ਜੋੜ ਕੇ ਸੱਚੀ ਗੱਲ ਨਿਕਲ ਗਈ, ਮਹਾਰਾਜ ਤਿੰਨੇ ਹੀ ਮੇਰੇ ਲਈ ਔਖੇ ਹਨ। ਓਏ ਆਪ ਤਿਕ ਪਾਸ ਨਾ ਮੇਰੇ ਤੋਂ ਤੇ ਕਹਿੰਦਾ ਇੱਕ ਵੀ ਨਹੀਂ ਹੋਣਾ ਤਿੰਨਾਂ ਵਿੱਚੋਂ। ਕਰਹੀ ਜੇ ਨਰ ਸੇ ਧਨ ਵਡੇਰੇ। ਤੇ ਜਿਹੜੇ ਇਹ ਕਰਦੇ ਉਹ ਧਨ ਹਨ ਗੁਰੂ ਕੇ ਸਿੱਖ। ਜਦ ਤੱਕ ਮੋਹ ਤੇ ਹੋਏ ਨਾ ਆਏ। ਭਾਵੇਂ ਮੈਂ ਇਹ ਤਿੰਨੇ ਕੰਮ ਨਹੀਂ ਕਰ ਸਕਦਾ, ਤਦਪ ਮੈਂ ਰਾਵਰ ਸ਼ਰਨਾਏ। ਪਰ ਫਿਰ ਵੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਲਈ ਹੈ। ਆਤਮ ਉਦਾਹਰਨ ਬਿਰਧ ਤੁਮਾਰਾ। ਤੇ ਤੁਹਾਡਾ ਸੁਭਾਅ ਹੈ ਪਾਪੀਆਂ ਨੂੰ ਤਾਰਨਾ। ਪਤਤਨ ਪਾਵਨ ਕਹਿ ਜਗ ਸਾਰਾ। ਤੁਹਾਨੂੰ ਸਾਰੇ ਪਤਤ ਪਾਵਨ ਕਹਿੰਦੇ ਹਨ। ਕਿਰਪਾ ਧਾਰ ਮੇਰੀ ਗਤ ਕੀਜੈ। ਇਸ ਕਰਕੇ ਮੇਰੇ ਤੇ ਕਿਰਪਾ ਕਰੋ, ਮੇਰਾ ਭਲਾ ਕਰ ਦੋ। ਹਉ ਅਸਮਰੱਥ ਬੜੋ ਲਖ ਲੀਜੈ। ਹੇ ਮਹਾਰਾਜ ਜੀ ਮੈਂ ਅਸਮਰੱਥ ਹਾਂ, ਨਾਮ ਨਹੀਂ ਜਪ ਸਕਦਾ, ਸੇਵਾ ਨਹੀਂ ਕਰ ਸਕਦਾ। ਜਦੋਂ ਮਨ ਨੀਵਾ ਹੋ ਜੇ ਫੇਰ ਇਹ ਖਿਆਲ ਆਉਂਦੇ ਹਨ, ਤੇ ਜਦੋਂ ਮਨ ਚੜਿਆ ਹੋਵੇ ਤਾਂ ਫੇਰ ਤੇ ਬੰਦਾ ਨਹੀਂ ਸਮਝਦਾ ਕਿਸੇ ਨੂੰ, ਫੇਰ ਤੇ ਆਪਣੇ ਆਪ ਨੂੰ ਹੀ ਸਮਝਦਾ, ਬਾਕੀਆਂ ਨੂੰ ਤੇ ਕੀੜੇ ਮਕੌੜੇ ਹੀ ਸਮਝਦਾ, ਸਭ ਤੁਰੇ ਫਿਰਦੇ ਹਨ। ਤਾਂ ਜਦੋਂ ਮਨ ਨੀਵਾ ਹੋ ਗਿਆ, ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਤਾਂ ਸਮਰੱਥ ਹਾਂ, ਵੱਡਾ ਸਮਰੱਥ ਜਾਣ ਲੈਣਾ ਕਰੋ। ਤਿਹ ਕੀ ਬਿਨੈ ਸੁਣੀ ਜਬ ਕਾਨਾ। ਉਹਦੀ ਬੇਨਤੀ ਜਦੋਂ ਮਹਾਰਾਜ ਨੇ ਸੁਣੀ ਨਾ, ਵੀ ਹੁਣ ਇਹ ਨਿਮਰਤਾ ਵਿੱਚ ਆ ਚੁੱਕਿਆ ਹੈ। ਸ੍ਰੀ ਮੁਖ ਤੇ ਪੁਨ ਬਚਨ ਬਖਾਨਾ। ਤਾਂ ਫੇਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ ਉਹਦੇ ਉੱਪਰ। ਨਿਸ਼ਕਪਟ ਧਰਮ ਕ੍ਰਿਤ ਕਰੀਏ। ਆਪਣੇ ਸੁਭਾਏਮਾਨ ਮੁਖ ਤੋਂ ਬਚਨ ਕੀਤਾ, ਹੇ ਭਾਈ ਨਿਸ਼ਕਪਟ ਹੋ ਕੇ ਧਰਮ ਦੀ ਕ੍ਰਿਤ ਕਰਿਆ ਕਰੋ। ਗਰਭ ਹਿਰਦੇ ਕੋ ਸਭ ਪਰ ਹਰੀਏ। ਆਪਣੇ ਹਿਰਦੇ ਦਾ ਹੰਕਾਰ ਸਾਰਾ ਹੀ ਕੱਢ ਦੋ। ਸਿੱਖਨ ਸੇਵ ਕਰੋ ਮਨ ਨੀਵੇ। ਸਿੱਖਾਂ ਦੀ ਸੇਵਾ ਕਰਿਆ ਕਰੋ, ਮਨ ਨੀਵਾ ਹੋ ਜੇ। ਸਨੈ ਸਨੈ ਤੇਰੀ ਗਤ ਥੀਵੈ। ਜਿਵੇਂ ਜਿਵੇਂ ਮਨ ਨੀਵਾ ਹੋ, ਉਵੇਂ ਉਵੇਂ ਹੌਲੀ ਹੌਲੀ ਕਹਿੰਦੇ ਤੇਰਾ ਭਲਾ ਹੋਵੇਗਾ, ਤੇਰੀ ਗਤੀ ਹੋਵੇਗੀ। ਸੁਣ ਉਪਦੇਸ਼ ਕਰਨ ਸੋ ਲਾਗਾ। ਸੁਣ ਕੇ ਉਪਦੇਸ਼ ਮਹਾਰਾਜ ਦਾ, ਫਿਰ ਉਹਨੇ ਸੇਵਾ ਕਰਕੇ ਮਨ ਨੀਵਾ ਕੀਤਾ। ਸੇਵਾ ਵਿਖੈ ਬੜੋ ਅਨੁਰਾਗਾ। ਫਿਰ ਸੇਵਾ ਬੜੀ ਉਹਨੇ ਪ੍ਰੇਮ ਨਾਲ ਕਰਨੀ। ਸਮਾ ਪਾਏ ਸਿਮਰਨ ਸਤਨਾਮੂ। ਸਮਾਂ ਮਿਲ ਜੇ ਤੇ ਫਿਰ ਸਿਮਰਨ ਕਰਦਾ ਹੁੰਦਾ ਸੀ ਵਿੱਚੋਂ ਸਤਨਾਮ ਦਾ। ਲਾਗੀ ਮਤ ਭੀ ਅਬਿਰਾਮੂ। ਸੇਵਾ ਕਰਕੇ ਹਿਰਦਾ ਸ਼ੁੱਧ ਹੋ ਗਿਆ, ਸਿਮਰਨ ਕਰਕੇ ਸੁਰਤ ਇਕਾਗਰ ਹੋ ਗਈ। ਤਾਂ ਜਿਹੜੀ ਲਿਵ ਸੀ ਫਿਰ ਉਹਦੀ, ਉਹ ਮਹਾਰਾਜ ਦੇ ਸਿਮਰਨ ਵਿੱਚ, ਭਜਨ ਵਿੱਚ, ਗੁਰੂ ਸਾਹਿਬ ਵਿੱਚ ਜੁੜ ਗਈ, ਜਿਹੜੀ ਬੜੀ ਸੁੰਦਰ ਹੈ। ਕਿਸੇ ਵਿਰਲੇ ਨੂੰ ਉਹ ਲਿਵ ਪ੍ਰਾਪਤ ਹੁੰਦੀ ਹੈ। ਉਚਿਤ ਭਾਵ ਸ੍ਰੀ ਗੁਰ ਕਰਨਾ। ਜਿਹੜੀ ਮੱਤ ਉਹਦੀ ਆਤਮ ਵਿਸ਼ੈਣੀ ਅਬਰਾਮੂ ਸੁੰਦਰਤਾ ਵਾਲੀ ਬਣ ਗਈ, ਤੇ ਉਹ ਮੁਕਤੀ ਦੇ ਉਚਿਤ ਅਧਿਕਾਰੀ ਬਣ ਗਿਆ ਮਹਾਰਾਜ ਦੀ ਕਿਰਪਾ ਸਦਕਾ। ਕਸ਼ਟ ਜਗ ਜਨਮ ਮਰਨਾ। ਬਸ ਛੁੱਟ ਗਿਆ ਫਿਰ ਦੁੱਖ ਤੋਂ, ਜੰਮਣ ਮਰਨ ਉਹਦਾ ਖਤਮ ਹੋਇਆ ਸੰਸਾਰ ਦਾ। ਇਸ ਪ੍ਰਕਾਰ ਕੋ ਦੇ ਉਪਦੇਛਾ। ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਮਨ ਉਧਾਰੇ ਸ੍ਰੀ ਜਗਤੇਛਾ। ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜੇ ਹੀ ਲੋਕਾਂ ਦਾ ਉਧਾਰ ਕੀਤਾ ਹੈ। ਇਹ ਕਾਵਿ ਜੀ ਨੂੰ ਉਦਾਹਰਣ ਦੇ ਵਜੋਂ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਮਹਾਰਾਜ ਨੇ ਬਚਨ ਸੁਣਾਇਆ ਹੈ। ਹੋਈਆਂ